ਵਹਿਮਾਂ ਸੀਗੇ ਉਹ ਕਾਲੇ ਪਾਣੀ ਨੂੰ ਅੰਗਰੇਜ਼ਾਂ ਨੇ ਤੋੜ ਦਿੱਤਾ ਤਾ। ਮਾਫੀ ਮੰਗੀ ਤੇ ਬਾਕੀ ਮਾਫੀ ਮੰਗ ਕੇ ਆ ਗਿਆ। ਉਹ ਕਹਿੰਦਾ ਰਜਪੂਤ ਦਾ ਕੰਮ ਨਹੀਂ ਮਾਫੀ ਮੰਗਣ ਦਾ। ਵਾਹ ਜੀ ਵਾਹ। ਬੜੇ ਤਕੜੇ ਬੰਦੇ ਤੇ ਹੁਣ ਤਾਂ ਪੈਸਾ ਬਗਲੋਂ ਅਗਲੋਂ ਆ ਗਿਆ। ਇਹ ਤਾਂ ਸਾਡੇ ਜਿਹੜੇ ਆਏ ਲੋਕ ਆ ਇਹਨਾਂ ਦੇ ਬੁਰੇ ਹਾਲ ਤੇ ਜਦ ਤਕੜੇ ਉਹੀ ਸੀਗੇ। ਹਾਂ ਖਾਸ ਤੌਰ ਉਹ ਫਿਰ ਕਹਿੰਦੇ ਉਹਨਾਂ ਨੇ ਟੁੰਬਾਂ ਪਾਈਆਂ ਤੇ ਉਹ ਸਾਰੀਆਂ ਟੁੰਬਾਂ ਸੋਨੇ ਚਾਂਦੀ ਦਾ ਇੱਕ ਪੀਪਾ ਭਰ ਗਿਆ। ਉਹ ਇੱਥੇ ਨਹੀਂ ਲੈ ਆਏ ਅਸੀਂ ਫਿਰ ਵੰਡ ਲਿਆ। ਤਾਂ ਖੂਹ ਭਰ ਗਿਆ ਤਾਂ ਲਾਠਾਂ ਨਾਲ ਖਿੱਚ ਕੇ ਸਿੱਟ ਕੇ ਕਰ ਰਿਹਾ ਸੀ। ਹਾਂ ਇਕੱਲਾ ਹੀ ਸਾਡਾ ਘਰ ਸੀਗਾ। ਤੇ ਕਿੰਨੇ ਜਣੇ ਚਾਚੇ ਦਾ ਵੀ ਨਾਲ ਸੀ? ਉਹ ਚਲੇ ਗਏ ਤੇ ਤੁਸੀਂ ਇਕੱਲੇ ਰਹੇ ਤੁਹਾਡੇ? ਸਾਡਾ ਇਕੱਲਾ ਬਾਪ ਰਹਿ ਗਿਆ ਸੀਗਾ। ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ 2 ਭਰਾ ਤੇ ਇੱਕ ਭੈਣ ਸੀ ਸਾਡੀ, ਇੱਕ ਉੱਧਰ ਚਲੀ ਗਈ ਸੀ। ਲਓ ਜੀ, ਮੈਂ ਅੱਜ ਪਹੁੰਚਿਆ ਬਲਾਚੌਰ ਦੇ ਕੋਲ ਰੋਜ਼ਾ ਬਾਬਾ ਰੋਸ਼ਨ ਬਲੀ ਜੀ, ਰੋਜ਼ਾ ਬਾਬਾ ਰੋਸ਼ਨ ਸ਼ਾਹ ਬਲੀ ਜੀ ਦੀ ਦਰਗਾਹ ਕਹਿ ਸਕਦੇ ਜੀ। ਹਾਂ ਦਰਗਾਹ ਤੇ ਜਿਹੜੇ ਬਾਬਾ ਜੀ ਸਾਡੇ ਨਾਲ ਬੈਠੇ ਨੇ। ਗੜੀ ਕਾਨੂੰਗੋ ਪਿੰਡ ਹੈ ਤੁਹਾਡਾ? ਗੜੀ ਕਾਨੂੰਗੋ ਦੀ ਜ਼ਮੀਨ ਹੈ, ਜਾਣੀ ਕਿ ਗੜੀ ਕਾਨੂੰਗੋ ਦੀ ਜ਼ਮੀਨ 'ਚ। ਤੇ ਇਹਨਾਂ ਨਾਲ ਪੁਰਾਣੇ ਯੁੱਗ ਦੀਆਂ ਵੀ ਗੱਲਾਂ ਕਰਾਂਗੇ। ਕੁਝ ਇਹਨਾਂ ਨਾਲ ਗੱਲਬਾਤ ਕਰਕੇ ਮੈਂ ਮਹਿਸੂਸ ਕੀਤਾ ਕਿ ਇਹਨਾਂ ਕੋਲ ਕੁਝ ਅਧਿਆਤਮਵਾਦ ਦੀਆਂ ਕੁਝ ਡੂੰਘੀਆਂ ਗੱਲਾਂ, ਡੂੰਘੀਆਂ ਰਮਜ਼ਾਂ ਵੀ ਹੈਗੀਆਂ, ਤੇ ਉਹ ਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਆ। ਤੇ ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਲਾਮ ਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਜੀ ਆਪਣਾ? ਗੌਂਸਲੀ। ਗੌਂਸਲੀ ਜੀ, ਠੀਕ ਹੈ ਜੀ। ਤੇ ਬਾਬਾ ਜੀ, ਕਿੱਥੇ ਜਨਮ ਹੋਇਆ ਸੀ ਆਪਣਾ? ਜਨਮ ਸਿਆਣਾ ਪਿੰਡ। ਇੱਥੇ ਸਿਆਣਾ ਪਿੰਡ ਬਲਾਚੌਰ ਦੇ ਕੋਲ। ਪਹਿਲਾਂ ਹੁਸ਼ਿਆਰਪੁਰ 'ਚ ਸੀਗਾ? ਹਾਂ, ਹੁਣ ਨਵੇਂ ਸ਼ਹਿਰ 'ਚ ਆ ਗਿਆ। ਠੀਕ ਹੈ ਜੀ। ਹਾਂ। ਤੇ ਬਾਬਾ ਜੀ, ਕੁਛ ਉਸ ਸਿਆਣਾ ਪਿੰਡ ਬਾਰੇ ਥੋੜਾ ਜਿਹਾ ਦੱਸੋ ਵੀ ਉਹ ਕਿੱਦਾਂ ਦਾ ਪਿੰਡ ਆ ਜਾਂ ਕਿੱਦਾਂ ਦਾ ਪਿੰਡ ਸੀਗਾ? 47 ਤੋਂ ਪਹਿਲਾਂ ਕਿੱਦਾਂ ਦਾ ਪਿੰਡ ਸੀ, ਇਹ ਦੱਸ ਦਿਓ। ਤੁਸੀਂ ਇੱਦਾਂ ਕਰੋ ਜੀ, ਇਹ ਪਹਿਲਾਂ ਤਾਂ ਸਾਨੂੰ ਜਵਾਬ ਦਿਓ ਵੀ ਮੂੰਹ ਜੂਠਾ ਕਿਹੜੀ ਚੀਜ਼ ਖਾ ਕੇ ਹੁੰਦਾ? ਝੂਠ ਖਾ ਕੇ, ਝੂਠ ਬੋਲ ਕੇ। ਹੈਂ? ਝੂਠ ਬੋਲ ਕੇ। ਅੱਛਾ, ਠੀਕ ਹੋ ਗਿਆ। ਅੱਛਾ, ਇਹ ਦੱਸੋ ਵੀ ਫੁੱਲ ਦੀ ਕਦਰ ਕਿੱਥੇ ਹੁੰਦੀ ਹੈ? ਮਹਿਬੂਬ ਦੀਆਂ ਜ਼ੁਲਫਾਂ 'ਚ। ਨਾ, ਫੁੱਲ ਬੂਟੇ ਪੱਲੇ ਸੱਜਦਾ ਹੁੰਦਾ। ਪੀੜ ਦਾ ਮਰੀਜ਼ ਕਿੱਥੇ ਸੱਜਦਾ ਹੁੰਦਾ? ਉਹਦੇ ਚਰਨਾਂ 'ਚ, ਉਹਦੇ ਹੁਕਮ 'ਚ ਬੱਝਾ ਆ, ਉਹਦੀ ਸੇਵਾ 'ਚ ਰਚੂ ਮੇਰੇ ਖਿਆਲ 'ਚ। ਅੱਛਾ, ਇਹ ਦੱਸੋ ਵੀ ਜਿਹੜਾ ਇਹ ਇੰਨੀ ਛੇਤੀ ਫੁੱਲ ਕੰਬਲਾ ਜਾਂਦਾ, ਉਹ ਦੱਸੋ ਕਿਹੜਾ ਹੈ? ਉਹ ਦਿਲ ਦਾ ਫੁੱਲ ਆ। ਦਿਲ ਦਾ ਫੁੱਲ। ਜਿਹੜੀ ਫਕੀਰਾਂ ਦੀ ਲਾਈਨ ਹੈ, ਇਹ ਹੋਰ ਵਾਧੂ ਟੱਪ ਕੇ ਆ। ਤੇ ਇੱਥੇ ਕਵਾਲ ਗਾਉਂਦੇ ਹੁੰਦੇ ਤੇ ਉਹਨਾਂ ਨੂੰ ਇੰਨਾ ਹੀ ਗਾਉਣ ਦਾ ਹੀ ਪਤਾ, ਉਹਨਾਂ ਦਾ ਮਤਲਬ ਦਾ ਕੋਈ ਪਤਾ ਨਹੀਂ। ਉਹਨਾਂ ਨੇ ਗਾਉਣਾ, ਮੌਲਵੀ ਤਾਂ ਐਦਾਂ ਨਾ ਕੰਨਾਂ ਨੂੰ ਹੱਥ ਲਾ ਕੇ ਨਮਾਜ਼ ਪੜ੍ਹਦੇ, ਕਦੇ ਬਹਿੰਦੇ ਕਦੇ ਉੱਠਦੇ ਆ। ਫਕੀਰਾਂ ਦੀ ਨਮਾਜ਼ ਦਾ ਤਾਂ ਪਤਾ ਹੀ ਨਹੀਂ। ਅੱਛਾ, ਉਹ ਫਿਰ ਇਹਨਾਂ ਨੇ, ਇਹ ਬੁੱਲੇ ਸ਼ਾਹ ਨੇ ਸਾਰੇ ਫਕੀਰਾਂ ਵੱਲੋਂ ਇਹ ਲਿਖ ਦਿੱਤੀ। ਉਹ ਗਾਉਂਦੇ ਕਿਆ ਸੀਗੇ? ਜਿਹੜੇ ਫਕਰ ਨਮਾਜ਼ ਪੜ੍ਹਦੇ ਹੁੰਦੇ ਆ, ਹਾਂਜੀ, ਉਹ ਵੱਖਰੀ ਨਮਾਜ਼ ਹੈ। ਗਾਉਂਦੇ ਵੀ ਕਹਿੰਦੇ ਹੁੰਦੇ ਵੱਖਰੀ ਨਮਾਜ਼ ਹੈ। ਸਭ ਰਸਮ ਰਿਵਾਜ ਵੱਖਰਾ ਹੀ ਹੈ ਉਹਨਾਂ ਦਾ। ਸੂਫੀਆਂ ਦਾ। ਸੂਫੀ ਕਹਿ ਲਓ, ਕੋਈ ਕਹਿ ਲਓ, ਸਾਰੇ ਇੱਕੋ ਹੀ ਹੁੰਦੇ ਆ। ਤਾਂ ਇਹ 14 ਗੱਦੀਆਂ ਹੁੰਦੀਆਂ। ਇਹ ਜਿਹੜੇ ਸਾਧ ਆ, ਇਹਨਾਂ ਦੀਆਂ 12 ਹੁੰਦੀਆਂ। ਫਿਰ ਤੁਹਾਨੂੰ ਇੱਕ ਗੱਲ ਹੋਰ ਨਵੀਂ ਪੁੱਛਦੇ ਆ। ਤੁਹਾਨੂੰ ਪਤਾ ਹੋਣਾ ਵੀ ਇੰਨਾ ਕੁ ਤਾਂ ਪਤਾ ਹੋਣਾ, ਦੇਵੀ ਦੇਵਤੇ ਅਵਤਾਰ ਜਿਹੜੇ ਦੁਨੀਆ ਪਰ ਆਏ ਆ, ਵੀ ਇਹ ਕਿਹੜੇ ਬੜੇ ਹੋਏ ਆ? ਕਿਹੜੇ ਬੜੇ ਹੋਏ ਜੀ? ਹਾਂ ਜੀ। ਮੈਂ ਸਾਰਿਆਂ ਨਾਲੋਂ ਵੱਡੇ ਕਿਹੜੇ ਆ? ਹਾਂ। ਮਤਲਬ ਕਿ ਇਹ ਹਿੰਦੂਆਂ 'ਚ ਤਾਂ ਇਹੀ ਕਹਿੰਦੇ, ਬ੍ਰਹਮਾ, ਵਿਸ਼ਨੂੰ, ਮਹੇਸ਼। ਅੱਛਾ। ਹਾਂ ਇਹੀ 3 ਮੇਨ ਜਿਹੜੇ। ਹਾਂ, ਬਾਕੀ ਤਾਂ ਬਾਅਦ 'ਚ ਹੋਏ ਆ। ਹਾਂਜੀ। ਫਿਰ ਮੁਸਲਮਾਨਾਂ ਨੇ ਹੋਰ ਨਾਂ ਰੱਖੇ ਉੱਤੇ। ਹਾਂਜੀ। ਉਹ ਕਹਿੰਦੇ ਤੇ ਅੰਮਾ ਹਵਾ, ਬਾਬਾ ਆਦਮ, ਪਾਰਵਤੀ। ਉਹ ਘਰ ਕੋਈ ਤਾਂ ਸਾਰਿਆਂ ਦਾ ਐਵੇਂ ਵੱਖਰੇ ਵੱਖਰੇ ਹੋ ਗਏ। ਇਹ ਫਿਰ ਇਹਨਾਂ ਸਾਰਿਆਂ 'ਚੋਂ ਵਿਸ਼ਨੂੰ, ਬ੍ਰਹਮਾ, ਸ਼ਿਵ ਜੀ ਤੇ ਹੋਰ 1,24,000 ਪਕੰਬਰ ਤੇ ਬਾਕੀ 33 ਕਰੋੜ ਦੇਵਤਾ ਕ੍ਰਿਸ਼ਨ ਤੇ ਬਾਕੀ ਤਾਂ ਥੱਲੇ ਦੇ ਆ। ਇਹ ਸਾਰੇ ਆਪਣੀ ਡਿਊਟੀ ਨਿਭਾ ਕੇ ਚਲੇ ਗਏ। ਠੀਕ ਹੈ। ਹੈਂ? ਠੀਕ ਹੈ ਜੀ। ਤਾਂ ਇਹ ਜਿਹੜਾ ਫਕੀਰ ਹੈ,
ਇਹ ਅੰਧ ਤਪੱਸਿਆ ਹੁੰਦੀ ਹੈ। ਇਹਨਾਂ ਵਿੱਚੋਂ ਦੋ ਹੋਏ ਆ। ਅੱਛਾ ਜੀ। ਯੁੱਗ ਕੋਈ ਬਦਲ ਨਹੀਂ ਸਕਦਾ, ਗੋਦਵਾਰੀ ਨੇ ਬਦਲਿਆ। ਅੱਛਾ ਜੀ। ਜਦ ਉਹ ਇੰਦਰ ਰਾਜਾ ਕੁੱਕੜ ਬਣ ਕੇ ਆ ਕੇ ਸ਼ਰਾਰਤ ਕੀਤੀ ਹਾਂਜੀ ਹਾਂਜੀ ਹਾਂਜੀ। ਹੈ, ਤਾਂ ਉਹ ਕਮੰਡਲੀ ਚੱਕ ਕੇ ਗੰਗਾ ਨੂੰ ਚਲੇ ਗਿਆ। ਗੰਗਾ ਨੇ ਕਿਹਾ ਹਾਲੇ ਤਾਂ ਸੱਜ ਰਹੀ ਹੈ, ਤੂੰ 2 ਵਜੇ ਆ ਗਿਆ, ਤੇਰੇ ਤਾਂ ਘਰ ਡਾਕਾ ਵੱਜੇ ਆ। ਮੁੜ ਕੇ ਜਾ ਕੇ ਦੇਖਿਆ ਤੇ ਵੀ ਇਹ ਗੱਲ ਹੈ, ਉਹ ਹੱਲਿਆ ਦੇ ਨਾਲ ਉੱਥੇ ਬਹਿਸ ਬਸਈਆ ਹੋਣਾ, ਤੂੰ ਇਹ ਬੰਦਾ ਕਿੱਦਾਂ ਆਇਆ, ਆਹ ਕਿੱਦਾਂ ਹੋਇਆ, ਐਂ ਕਿੱਦਾਂ ਹੋਇਆ। ਉਹਨੂੰ ਕਹਿਤਾ ਅੱਛਾ ਸੈਲ ਹੋ ਜਾਵੇਂ। ਉਹ ਮਿੰਨਤਾਂ ਤਰਲੇ ਕਰੇ ਬਥੇਰੀਆਂ, ਬਹੁਤ ਮਿੰਨਤਾਂ ਤਰਲੇ ਕੀਤੀਆਂ। ਕਿਹਾ ਵੀ ਅਖੇ ਜਦ ਰਾਮਚੰਦਰ ਆਉਂਗੇ ਤਾਂ ਅਖੇ ਤੇਰੀ ਗਤੀ ਹੋਊ ਜਾਂ ਉਹਨਾਂ ਦੇ ਆਇਆਂ ਤੇ। ਤਾਂ ਉਹ ਤਾਂ ਤੀਏ ਯੁੱਗ 'ਚ ਆਉਣਾ, ਤਾਂ ਸਤਯੁਗੀ ਦਾ ਟਾਈਮ ਸੀਗਾ। ਅੱਛਾ। ਤੇ ਇੱਕ ਅਰਬ ਉਮਰ ਹੁੰਦੀ ਹੈ ਯੁੱਗ ਦੀ, 4 ਯੁੱਗ ਆ, 5ਵਾਂ ਹੈ ਹੀ ਨਹੀਂ। ਤਾਂ ਉਹ ਮਿਹਨਤਾਂ ਤਰਲੇ ਲੱਗੀ, ਇੰਨਾ ਟਾਈਮ ਕਿੱਦਾਂ ਕੱਟੂ, ਆਹ ਕਰੂੰ ਐਂ ਕਰੂੰ। ਕਿਹਾ ਮਿਹਨਤਾਂ ਤਰਲੇ ਕੀਤੇ, ਤਾਂ ਫਿਰ ਉਹਨੂੰ ਰੈਲ ਕੀਤੀ ਜਿਹੜਾ ਇਹ ਤ੍ਰੇਤਾ ਵਿੱਚ ਆਉਣਾ ਤਾਂ ਨਾ ਰਾਮਚੰਦਰ ਨੇ, ਇਹ ਫਿਰ ਦੁਆਪਰ 'ਚ ਆ ਗਿਆ ਤਾਂ। ਫਿਰ ਵਿਚਾਲੇ ਸਟੋਰੀ ਤੇ ਅਸੀਂ ਛੱਡ ਲਈ, ਉਹ ਟਾਈਮ ਲੱਗਦਾ। ਅੱਛਾ, ਉਹਦੇ ਵਰਗਾ ਰਿਸ਼ੀ ਕੋਈ ਨਹੀਂ ਹੋਇਆ। ਸਾਧ ਬਥੇਰੇ ਬਣੀ ਫਿਰਦੇ ਆ। ਉਸ ਤੋਂ ਇਲਾਵਾ ਫਿਰ ਅਕਾਲ ਯੁੱਗ ਦੇ ਵਿੱਚ ਫਿਰ ਸੁਣਿਆ ਹੋਊਗਾ ਸ਼ਾਹ ਅਲੀ, ਹਜ਼ਰਤ ਅਲੀ। ਬਸ ਕਿਤੇ ਵਾਂਢੇ ਜਾਣਾ ਤਾਂ ਉਹ ਪਰਮਾਤਮਾ ਖੁਦਾ ਮਾਈ ਬੁੜੀ ਬਣ ਕੇ ਰਾਹ ਦੇ ਵਿੱਚ ਬਹਿ ਗਿਆ, ਇੰਨੀ ਕੁ ਗਠੜੀ ਬੰਨ੍ਹ ਕੇ, ਭਾਈ ਵੀਰਾ ਮੈਨੂੰ ਆ ਗਠੜੀ ਚਕਾ ਜਾ। ਉਹਨੇ ਕਿਹਾ ਮੈਂ ਕਾਹਨੂੰ ਘੋੜੇ ਪਰ ਤੇ ਉਤਰਨਾ, ਆ ਖੁੰਡੀ 'ਚ ਫਸਾ ਕੇ ਮੇਰੇ ਸਿਰ ਪਰ ਰੱਖ ਦਿੰਦਾ, ਇੰਨੀ ਕੁ ਤਾਂ ਗਠੜੀ ਹੈ। ਜੋ ਉਹਨੂੰ ਖੁੰਡੀ ਫਸਾਈ ਉਹ ਹਿੱਲੀ ਨਹੀਂ, ਉੱਪਰ ਤੇ ਗੁੱਸੇ ਨਾਲ ਉਤਰਿਆ ਵੀ ਇਹ ਤਾਂ ਗੱਲ ਕੁਛ ਨਾ, ਮੇਰੇ ਤੇ ਚੱਕ ਨਹੀਂ ਹੋਈ। ਹੁਣ ਚੱਕ ਇੱਥੇ ਤਾਂ ਲਿਆ। ਤਾਂ ਨਹੀਂ ਭਾਈ ਵੀਰਾ ਤੂੰ ਰੱਖ ਦੇ, ਤੇ ਨਹੀਂ ਚਕਾ ਹੋਣੀ। ਤਾਂ ਉਹਨੇ ਰੱਖ ਦਿੱਤੀ ਤੇ ਹਮਸੋਸਿਆ ਆ ਕੇ ਘਰੀ ਪੈ ਗਿਆ। ਕਹਿੰਦੇ ਉਹਨੂੰ ਰੱਬ ਦਾ ਇਲਹਾਮ ਹੋਇਆ। ਇਲਹਾਮ ਆਕਾਸ਼ਬਾਣੀ ਨੂੰ ਕਹਿੰਦੇ ਆ। ਹਾਂ ਬਿਲਕੁਲ, ਰੱਬ ਦੇ ਘਰ ਨੂੰ, ਅਰਬੀ ਦਾ ਲਫ਼ਜ਼ ਹੈ। ਤਾਂ ਜਿਹਨੂੰ ਗੁਰਬਾਣੀ 'ਚ ਤੁਰਕੀ ਬਾਣੀ ਕਹਿ ਦਿੰਦੇ ਆ। ਅੱਛਾ, ਫਿਰ ਉਹ ਵੀ ਤੂੰ ਇੱਦਾਂ ਕਿੱਦਾਂ ਪਿਆ? ਕਹਿੰਦਾ ਮੇਰੇ ਤੇ ਇੰਨੀ ਗਠੜੀ ਤਾਂ ਚਕਾ ਨਹੀਂ ਹੋਈ, ਤੁਸੀਂ ਤਾਂ ਕਿਹਾ ਤਾਂ ਵੀ ਬਹੁਤ ਤਾਕਤ ਹੈ, ਬਹੁਤ ਬੜੀ ਹੈ, ਨਾ ਪਿੱਛੇ ਹੋਇਆ ਨਾ ਹੋਣਾ। ਤਾਂ ਆਖੇ ਬਹਿ ਜਾ ਉੱਠ ਕੇ। ਧਰਤੀ ਅਸਮਾਨ ਦਾ ਵਜਨ ਤਾਂ ਉਹਦੇ 'ਚ। ਆਹਾ। ਉਸ ਵੇਲੇ ਉਹਦਾ ਨਾਂ ਸ਼ੇਰੇ ਖੁਦਾ ਰੱਖਿਆ ਸੀਗਾ। ਪਖੀਰਾਂ 'ਚ ਐਡੀ ਬੜੀ ਤਾਕਤ ਹੈ, ਇਹ ਜਿੰਨੇ ਵੀ ਆ ਕੇ ਹੋ ਕੇ ਚਲੇ ਗਏ, ਇਹ ਰਹਿੰਦੀ ਦੁਨੀਆ ਤਾਂ ਹੀ ਰਹਿਣਗੇ। ਇੱਥੇ 3 ਮੀਲ ਤੇ ਪਿੰਡ ਆ ਇੱਕ, 47 ਤੋਂ ਪਹਿਲਾਂ ਕਹਿੰਦੇ ਹੁੰਦੇ ਤੇ ਧਰਤੀ 'ਚੋਂ ਮੁਰਦੇ ਉੱਠ ਕੇ ਬਹਿ ਜਾਣਗੇ। ਕੁਰਾਨ 'ਚ ਲਿਖਿਆ ਸੀਗਾ। ਲਿਖਿਆ ਕਿਆਮਤ ਦੇ ਦਿਨ? ਨਹੀਂ ਜੀ, ਕਿਆਮਤ ਤਾਂ ਕਹਾਣੀ ਆ। ਅੱਛਾ। ਹਾਂ, 15ਵੀਂ ਸਦੀ 'ਚ। ਅੱਛਾ, ਕਹਿੰਦੇ ਸੀ। ਹਾਂ, ਇਹ 14ਵੀਂ ਸਦੀ ਲੰਘ ਗਈ। 14ਵੀਂ ਸਦੀ ਨੂੰ ਸਮਝ ਲਾ ਬਿਕਮਰੀ ਸੰਮਤ ਦੀ ਗੱਲ ਕਰਦੇ ਤੁਸੀਂ? ਨਹੀਂ ਜੀ, ਉਹ ਹਿਜਰੀ ਤਰੀਕ ਹੁੰਦੀ ਹੈ। ਹਿਜਰੀ ਤੁਹਾਡੀ? ਹਿਜਰੀ ਹੁੰਦੀ ਹੈ। ਤਾਂ ਇਹ 45 ਜਾ ਰਿਹਾ, 1445 ਜਾ ਰਿਹਾ ਉਹ ਜਿਹੜੀ ਹਿਜਰੀ ਤਰੀਕ ਹੈ। ਇਹ ਜਿਹੜਾ ਵੈਸੇ ਗੜੀ ਕਾਨੂੰਗੋ ਪਿੰਡ ਆ ਜੀ, ਇਹ ਪਿੰਡ ਕਿੱਧਰ ਨੂੰ ਆ? ਇੱਧਰ ਨੂੰ ਆ? ਪਿੰਡ ਆ। ਇਹ ਉਸ ਪਿੰਡ ਦੇ ਸੀਗੇ? ਇਹ ਉਸ ਪਿੰਡ ਦੀ ਦਰਗਾਹ ਸੀਗੀ ਨਾ, ਉਸ ਪਿੰਡ ਦੀ ਜ਼ਮੀਨ? ਜਾਣੀ ਇਸ ਜ਼ਮੀਨ 'ਚ ਇਹ ਦਰਗਾਹ। ਇਹ ਮੁਸਲਮਾਨਾਂ ਦਾ ਪਿੰਡ ਸੀ ਨਾ? ਮਿੱਸਾ ਤਾਂ ਇਹ ਵੀ ਪਹਿਲਾਂ ਵੀ ਮਿੱਸਾ ਹੀ ਤਾਂ 47 ਤੋਂ। ਤੇ ਬਾਬਾ ਜੀ ਜਿਹੜੇ ਜਦੋਂ ਤੁਹਾਡਾ ਪਿੰਡ ਇੱਥੇ ਗੜੀ ਕਾਨੂੰਗੋ ਤੋਂ ਕਿੰਨੀ ਕੁ ਦੂਰ ਆ? ਸਾਡਾ? ਹਾਂਜੀ, ਬਸ 1 ਮੀਲ ਕੋ ਇੱਧਰ ਨੂੰ। ਬਸ? ਆਹੋ, ਕੋਲੇ ਹੀ ਆ, ਆ ਬਸੀਮਾ ਕੋਲੇ ਹੀ ਆ। ਅੱਛਾ, ਉਹ ਤਾਂ ਆਪਣੇ ਪਿੰਡ ਬਾਰੇ ਵੀ ਥੋੜਾ ਜਿਹਾ ਦੱਸ ਦਿਓ, ਉਹਦੀ ਇੰਟਰੋਡਕਸ਼ਨ ਵੀ ਕਿੱਦਾਂ ਦਾ ਪਿੰਡ ਆ ਜਿੱਥੇ ਤੁਹਾਡਾ ਜਨਮ ਹੋਇਆ? ਜਨਮ ਤਾਂ ਸਾਡਾ ਇਹ ਸਿਆਣੇ ਹੀ ਹੋਇਆ। ਅੱਛਾ, ਉਹ ਉੱਥੇ ਮਤਲਬ ਕਿਹੜੇ ਮੁਸਲਮਾਨ, ਹਿੰਦੂ, ਸਿੱਖ ਸਾਰੇ ਬਸਦੇ? ਹਿੰਦੂ ਸਾਰੀਆਂ ਬਰਾਦਰੀਆਂ ਸੀਗੀਆਂ। ਅੱਛਾ, ਜਿੱਦਾਂ ਜੱਟ ਵੀ ਸੀਗੇ? ਜੱਟ ਵੀ ਹੈ, ਮੁਗਲਾਂ ਵੀ ਹੈਗੇ ਆ। ਅੱਛਾ, ਸਾਰੀਆਂ ਹੀ ਬਰਾਦਰੀਆਂ ਸੀਗੀਆਂ। ਤੇ ਮੁਸਲਮਾਨ ਵੀ ਖੇਤੀਬਾੜੀ ਕਰਦੇ ਸੀ? ਹਾਂ, ਖੇਤੀਬਾੜੀ ਕਰਦੇ ਸੀ। ਇਹਦਾ ਮਤਲਬ ਉਹ ਵੀ ਜੱਟ ਹੋਣਗੇ ਜਾਂ ਰਾਜਪੂਤ ਹੋਣਗੇ? ਗੁੱਜਰ ਤੇ ਰਾਜਪੂਤ ਤੇ 10 ਘਰ ਰਜਪੂਤਾਂ ਦੇ ਤੇ
60 70 ਗੁੱਜਰਾਂ ਦੇ ਤੇ ਗਏ ਅੱਛਾ ਜੀ। ਤੇ 25 ਕੁ ਘਰ ਇੱਕ ਫਕੀਰ ਬਰਾਦਰੀ ਉਹਨਾਂ ਦੇ ਤੇ ਗਏ। ਫਕੀਰਾਂ ਦੇ ਹਾਂਜੀ। ਹਾਂ ਤੇ ਦੋ 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 ਤਿੰਨ ਘਰ ਮਰਾਸੀਆਂ ਦੇ ਤੇ 2 ਘਰ ਭਰਾਈਆਂ ਦੇ ਤੇ ਗਏ ਤਾਂ 5 6 ਸੁਨਿਆਰਾਂ ਦੇ ਤੇ ਗਏ ਤੇ 8 7 ਖੱਤਰੀਆਂ ਦੇ ਤੇ ਗਏ ਤੇ 2 3 ਬਾਹਮਣਾਂ ਦੇ ਤੇ ਗਏ ਤੇ 4 5 ਝੀਰਾਂ ਦੇ ਤੇ ਗਏ ਮੁਸਲਮਾਨ ਜੀ ਹਾਂ, ਹਿੰਦੂਆਂ ਦੇ ਹਿੰਦੂ ਜੀ ਰਹਿੰਦੇ ਤੇ ਬਾਕੀ 2 3 ਘਰ ਨਾਈਆਂ ਦੇ ਸੀਗੇ। ਹਰ ਬਰਾਦਰੀ ਸੀਗੀ। ਤਗੜਾ ਪਿੰਡ ਸੀ। ਹਾਂ ਫਿਰ ਆ ਧਰਮੀ ਉਹ ਮਤਲਬ ਸੀ। ਸਾਡੇ ਉਹ ਵੀ 60 70 ਘਰ ਤੇ ਵੀ ਤੁਹਾਡੇ ਪਿੰਡ ਖੱਡੀਆਂ ਵੀ ਹੋਣੀਆਂ ਉਦੋਂ ਲੱਗੀਆਂ। ਜਦ ਤਾਂ ਸਾਰਿਆਂ ਦੇ ਖੱਡੀਆਂ ਸਾਰਿਆਂ ਪਿੰਡਾਂ 'ਚ ਚੱਲਦੀਆਂ ਹੁੰਦੀਆਂ ਸੀ, ਹੁਣ ਤਾਂ ਬੰਦ ਹੋ ਗਈਆਂ। ਕੋਲੂ ਵਗੈਰਾ ਵੀ ਹੋਣੇ ਆ। ਸਭ ਲੱਕੜ ਦੇ ਸੀਗੇ। ਉਹ ਲੱਕੜ ਦਾ ਦੇਸੀ ਕੰਮ ਚੱਲਦੇ ਸੀ। ਹੁਣ ਉਹ ਤਾਂ ਵੀ ਤੁਹਾਡੀ ਉਮਰ ਕਿੰਨੀ ਸੀ ਜਦੋਂ 47 ਦੇ ਵਿੱਚ ਪਾਰਟੀਸ਼ਨ ਹੋਈ ਆ? 17 18 ਸਾਲ ਦੇ ਸੀ ਅਸੀਂ। ਅੱਛਾ, ਤੁਸੀਂ ਵੀ ਉਸੇ ਪਿੰਡ 'ਚ ਰਹਿੰਦੇ ਸੀ? ਉਸੇ ਪਿੰਡ 'ਚ। ਤੁਸੀਂ ਵੀ ਮੁਸਲਮਾਨ ਪਰਿਵਾਰ 'ਚ ਸੀ? ਹਾਂ ਹੈਗੇ ਮੁਸਲਮਾਨ ਹੀ। ਅੱਛਾ, ਕਿਹੜੀ ਬਰਾਦਰੀ ਸੀ ਤੁਹਾਡੀ? ਸਾਡੀ ਮਲਕ ਇਹ ਮਹਾਜਨਾਂ ਵਰਗੇ ਹੁੰਦੇ ਆ। ਹਾਂ ਮੈਨੂੰ ਪਤਾ। ਹੈਂ ਤਾਂ ਇਹ ਅਸੀਂ ਦੇਖਿਆ 47 ਦੇ ਟਾਈਮ ਕੁਛ ਤਾਂ ਬੰਦੇ ਭੱਦੀ ਨੂੰ ਚਲੇ ਗਏ। ਪੱਦੀ ਉੱਚਾ ਪਿੰਡ ਸੀ ਨਾ ਮੇਰੇ ਖਿਆਲ। ਉਹ ਪਹਾੜ ਦੇ ਨਾਲ ਹਾਂਜੀ। ਤੇ 2 ਘਰ ਇਸ ਤਰ੍ਹਾਂ ਪਿੱਛੇ ਰਹਿ ਗਏ ਤੇ ਫਿਰ ਇੱਕ ਰਜਪੂਤਾਂ ਦਾ ਇੱਕ ਫਕੀਰਾਂ ਦਾ। ਅੱਛਾ ਜੀ। ਤਾਂ ਉਹ ਇਸ ਤਰ੍ਹਾਂ ਇਹ ਕਿਸੇ ਦੇ ਜੱਟਾਂ ਦੇ ਮਕਾਨ 'ਚ ਸੀਗੇ। ਬੱਚਾ ਕੋਈ ਰੋ ਪਿਆ, ਕਹਿੰਦੇ ਇੱਥੇ ਮੁਸਲਮਾਨ ਬੜੇ ਆ, ਇੱਥੇ ਮੁਸਲਮਾਨ ਬੜੇ ਆ। ਹੈਂ ਇਕੱਠੇ ਹੋ ਗਏ ਜੀ ਇਹ 15 ਅਗਸਤ ਨੂੰ। ਤਾਂ ਬੜਾ ਰੌਲਾ ਪਿਆ, ਸਾਨੂੰ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ, ਹਾਏ ਓਏ ਹਾਏ ਦੁਹਾਈ ਪਈ ਜਾਵੇ। ਉਹ ਡਾਕੂ ਸੀਗਾ ਜਿਹੜਾ ਰਜਪੂਤ ਦਾ। ਕੀ ਨਾਂ ਸੀ ਉਹਦਾ? ਉਹਦਾ ਅਲੀਆ ਸੀ। ਅੱਛਾ, ਮਸ਼ਹੂਰ ਸੀ ਪੂਰਾ। ਹਾਂ ਉਹ ਤੇ ਜਿਹੜਾ ਬੜਾ ਭਰਾ ਸੀ ਉਹ ਰਹਿਮਾ ਸੀ, ਉਹ ਕਾਲੇ ਪਾਣੀ ਨੂੰ ਅੰਗਰੇਜ਼ਾਂ ਨੇ ਤੋੜ ਦਿੱਤਾ ਤਾ। ਮਾਫੀ ਮੰਗੀ ਕਿ ਬਾਕੀ ਮਾਫੀ ਮੰਗ ਕੇ ਆ ਗਿਆ। ਉਹ ਕਹਿੰਦਾ ਰਜਪੂਤ ਦਾ ਕੰਮ ਨਹੀਂ ਮਾਫੀ ਮੰਗਣ ਦਾ। ਵਾਹ ਜੀ ਵਾਹ। ਤੇ ਅਸੀਂ ਉਸ ਵੇਲੇ 10 ਕੁ ਸਾਲ ਦੇ ਸੀ। ਅਸੀਂ ਉਹ ਦੇਖਿਆ ਅੱਛਾ, ਦੇਖਿਆ ਪੁਲਿਸ ਤੁਸੀਂ? ਫੜ ਕੇ ਲੈ ਗਈ, ਅਸੀਂ ਵੀ ਖੜੇ ਸੀਗੇ। ਅੱਛਾ ਫਿਰ ਉਹ ਬੜਾ ਰੌਲਾ ਪਿਆ। ਫਿਰ ਕਹਿੰਦੇ ਇੱਕ ਰਫਲ ਲੈ ਕੇ ਕੋਠੇ 'ਤੇ ਖੜਾ, ਕਹਿੰਦਾ ਮਕਾਨ ਨੂੰ ਅੱਗ ਲਾਓ ਅੱਗ ਲਾਓ। ਉਹਦੀ ਅਮਦਾਦ 'ਚ ਖੜੇ ਸੀਗੇ ਬੰਦੇ। ਉਹ ਕਹਿੰਦੇ ਫਿਰ ਤੂੰ ਮਕਾਨ ਨੂੰ ਕਿੱਦਾਂ ਅੱਗ ਲਾ ਦੂੰਗਾ? ਜਾਂ ਅਸੀਂ ਪਹਿਲਾਂ ਸਾਰਿਆਂ ਨੇ ਸਹੁੰ ਖਾਧੀ ਆ ਵੀ ਇੱਥੇ ਕਿਸੇ ਜੀ ਦਾ ਨੁਕਸਾਨ ਨਹੀਂ ਹੋਣ ਦੇਣਾ। ਕਮਾਲ ਹੈ ਜੀ। ਤੇ ਫਿਰ ਤੇਰਾ ਕਿਆ ਕੰਮ ਹੈ? ਤੇਰਾ ਕਿਆ ਵਿਗਾੜਿਆ ਇਹਨਾਂ ਨੇ? ਤਾਂ ਤੂੰ ਕੌਣ ਆ ਹੱਥ ਲਾਉਣੇ ਵਾਲਾ? ਅੱਗ ਲਾ ਕੇ ਦੱਸ। ਉਹ ਬਾਹਰਲੇ ਪਿੰਡ ਦਾ ਹੋਣਾ ਕੋਈ? ਨਹੀਂ ਉਹ ਪਿੰਡ ਦੇ ਹੀ ਸੀਗੇ। ਅੱਛਾ, ਪਿੰਡ ਦਾ ਹੀ ਸੀ ਉਹ ਵੀ। ਹਾਂ। ਅੱਛਾ ਅੱਛਾ। ਤਾਂ ਬਸ ਫਿਰ ਜੀ ਉਹਨਾਂ ਦਾ ਝਗੜਾ ਹੋਇਆ ਤੇ ਉਹ ਕਹਿੰਦੇ ਵੀ ਅਸੀਂ ਆਪਣਾ ਵਸੀਮਾ ਟਪਾਇਆ ਨਾ, ਬਾਕੀ ਫਿਰ ਜੋ ਮਰਜ਼ੀ ਹੋ ਜਾਏ। ਪਿੰਡ ਦੇ ਵਸੀਮੇ ਦੇ ਅੰਦਰ ਅਜਾ ਨਹੀਂ ਲੱਗਣ ਦੇਣਾ। ਬੜੇ ਚੰਗੇ ਬੰਦੇ ਸੀ ਤੁਹਾਡੇ ਪਿੰਡ ਹਾਂ, ਦੇ। ਅੱਛਾ। ਬਾਬਾ ਜਿਨ੍ਹਾਂ ਨੇ ਬਹੁਤ ਇਮਦਾਦ ਕੀਤੀ ਹਾਂ ਤੁਹਾਡੇ ਪਿੰਡ ਦੇ, ਉਹਨਾਂ ਦੇ ਨਾਂ ਹੀ ਦੱਸ ਦਿਓ ਚਲੋ, ਇੰਨੇ ਚੰਗੇ ਬੰਦਿਆਂ ਦੇ। ਤੇ ਉਹ ਛੱਡੋ ਤੁਸੀਂ ਹੁਣ ਇਹ। ਅੱਛਾ ਫਿਰ ਪਿੰਡ ਦੇ ਹੀ ਸੀ। ਅੱਛਾ ਫਿਰ ਉਹ ਜਦੋਂ ਬਾਹਰ ਲੱਗੇ ਕੱਢਣ, ਉਹ ਕਹਿੰਦਾ ਇਹਦੇ ਹੱਥ ਪਿੱਛੇ ਨੂੰ ਬੰਨ ਲਾ ਪਿੱਛੇ ਨੂੰ ਬੰਨ ਲਾ। ਉਹ ਮੱਲਾ ਕਹਿੰਦਾ ਉਤਰਿਆ, ਜਿਹੜੀ ਰਫਲ ਹੈ ਮੇਰੇ ਕੋਲ ਕਾਦੀ ਹੋਣੀ ਤੇ ਮੈਨੂੰ ਤਾਂ ਨਿਆਣੇ ਨੇ ਮਾਰ ਲਿਆ। ਇੰਨੇ ਤਕੜੇ ਸੀਗੇ ਬੰਦੇ। ਤਾਂ ਵਾ ਫਿਰ ਉਹ ਇੱਥੇ ਇੱਕ ਤੇਰਾ ਹੁੰਦਾ ਤਾਂ ਇੱਕ ਆ ਮਹੂਦਪੁਰ ਪਿੰਡ ਨਾਲੇ ਨਹਿਰ ਦੇ। ਫਿਰ ਇੱਥੇ ਲਿਆ ਕੇ ਉਹਨਾਂ ਨੇ ਸੂਰਜ ਛਿਪਦੇ ਨੂੰ ਛੱਡ ਦਿੱਤੇ। ਕਹਿੰਦੇ ਤੁਸੀਂ ਮੁੜ ਜਾਓ, ਹੁਣ ਅਸੀਂ ਚਲੇ ਜਾਵਾਂਗੇ। ਸਹੀ ਸਲਾਮਤ ਚਲ ਗਏ ਉਹ ਉਧਰ ਚਲੇ ਗਏ ਸਹੀ ਸਲਾਮ। 8 ਮੁੰਡੇ ਤੇ ਉਹਦੇ ਤੇ ਕੋ ਸਾਡੇ ਹਾਣ ਦੇ ਕੋ 7 ਬੜੇ। ਤਾਂ ਬੜੇ ਤਕੜੇ ਬੰਦੇ ਤੇ ਹੁਣ ਤਾਂ ਪੈਸਾ ਬਗਲੋਂ ਆ ਗਿਆ। ਇਹ ਤਾਂ ਸਾਡੇ ਜਿਹੜੇ ਆਏ ਲੋਕ ਆ ਇਹਨਾਂ ਦੇ ਬੁਰੇ ਹਾਲ ਤੇ ਜਦ ਤਕੜੇ ਉਹੀ ਸੀਗੇ। ਹਾਂ, ਖਾਸ ਤੌਰ ਤੇ ਰਾਜਪੂਤਾਂ ਦੀਆਂ ਜ਼ਮੀਨਾਂ ਬਹੁਤ ਸੀ। ਹਾਂ ਉਹਨਾਂ ਜ਼ਮੀਨਾਂ ਬਹੁਤ ਤੀਆਂ ਤੇ ਕੰਮ ਕੀਤਾ ਸਾਰੇ ਕਰਦੇ। ਉਹ ਲੰਬੜਦਾਰ ਵੀ ਹੋਣਗੇ ਤੁਹਾਡੇ ਪਿੰਡ ਦੇ? ਸਾਰੇ ਸੀਗੇ। ਬਾਕੀ ਤਾਂ ਇਹ ਸਮਝ ਲਾ ਐਡਾ ਕੋ ਪੁੱਛਦਾ ਹੀ ਨਾ ਸਾ। ਕਈ ਪਿੰਡ ਮਰੂਸੀ ਹੈ ਉਹਨਾਂ ਦੇ ਮਰੂਸੀ। ਹਾਂ ਆ ਮਹਿਦਪੁਰ ਮਰੂਸੀ ਤਾਂ ਹੈਂ ਤੇ ਆ ਇੱਥੇ ਮਹਿੰਦੀਪੁਰ ਹੈ ਇਹ ਮਰੂਸੀ ਤਾਂ ਹੈਂ। ਤਾਂ ਬਹੁਤ ਪਿੰਡ ਇੱਦਾਂ ਮਰੂਸੀ ਤੇ ਇੰਨੀਆਂ ਜ਼ਮੀਨਾਂ ਤੀਆਂ 100 500 ਘੁਮਾਂ ਦੇ ਮਾਲਕ ਤੇ। ਜੀ ਤੁਹਾਡੇ ਪਿੰਡ ਦਾ ਕੋਈ ਜ਼ੈਲਦਾਰ ਵੀ ਸੀ? ਜੈਲਦਾਰ ਨਾ ਸਾ। ਲੰਬੜਦਾਰ ਕਿਹੜੇ ਸੀਗੇ? ਲੰਬੜਦਾਰ ਇਹ ਪਹਿਲਾਂ ਇੱਕ ਰੁਲੀਆ ਹੁੰਦਾ ਸੀ ਗੁੱਜਰ ਬਰਾਦਰੀ ਦਾ। ਅੱਛਾ ਗੁੱਜਰ। ਹਾਂ ਤਾਂ ਫਿਰ ਇਹ ਸਾਡਾ ਪਿੰਡ ਮਸ਼ਹੂਰ ਕਾਹਦੇ ਪਹਿਲਾਂ ਡਾਕੂਆਂ ਨਾਲ ਹੋਇਆ। ਇਹ ਡਾਕੂ ਵੀ ਕਿੱਦਾਂ ਬਣੇ? ਪਹਿਲੇ ਸਾਡੇ ਲੋਕ ਤਾਂ ਦੇਵਤਾ ਤੇ ਇੱਧਰ ਜਦ 10ਵੇਂ ਪਾਤਸ਼ਾਹ ਨਾਲ ਪਹਾੜੀਆਂ ਨੇ ਜੰਗ ਕੀਤਾ ਤੇ ਇਹ ਅੰਮ੍ਰਿਤਸਰ ਕੋ ਬੱਲਾ ਪਿੰਡ ਹੈ।
ਹਾਂਜੀ ਬੱਲਾ ਹਾਂਜੀ। ਤੇ ਉੱਥੋਂ ਇਹ ਸਤਿ ਸ੍ਰੀ ਅਕਾਲ ਤੇ ਅਮਦਾਦ ਕਰਨ ਆਏ 10ਵੇਂ ਪਾਤਸ਼ਾਹ ਨਾਲ ਤੇ ਬੱਲੇ ਵਾਲੇ। ਹਾਂ ਉੱਥੇ ਦੇ ਉਹ ਫਿਰ ਇੱਧਰ ਹੀ ਰਹਿ ਗਏ। ਉਹ 20 ਕੁ ਘਰ ਹੈਗੇ ਹਾਲਾਂ ਉਹ ਵੱਖਰੇ ਹੀ ਆ, ਹਾਲਾਂ ਤੇ ਵੀ ਰਲੇ ਨਹੀਂ 400 ਸਾਲ ਹੋ ਗਿਆ ਦੇਖ ਲਾ। ਤੁਹਾਡੇ ਪਿੰਡ 'ਚ ਹੀ ਰਹਿੰਦੇ ਆ? ਉੱਥੇ ਹੀ ਰਹਿ ਗਏ ਉਹ ਉਧਰ ਦੇ ਆਇਓ ਇੱਧਰ ਹੀ ਰਹਿ ਗਏ ਤੇ ਜਾ। ਅੱਛਾ, ਉਹ ਫਿਰ ਕਿਹੜੀ ਗੋਤ ਦੇ ਆ? ਆਦਤ ਵੱਖਰੀ ਆ, ਬਾਕੀ ਤਾਂ ਬੋਲੀ ਤਾਂ ਆਹੀ ਆ। ਨਹੀਂ ਗੋਤ ਵਗੈਰਾ ਅਲੱਗ ਹੋਣੇ ਹਾਂ ਗੋਤ ਵੱਖਰੇ ਆ। ਇੱਕ ਨੂੰ ਤਾਂ ਬਾਬੇ ਆ, ਅੱਛਾ ਇੱਕ ਨੂੰ ਸੋਹਲ ਆ, ਇੱਕ ਨੂੰ ਕੰਗਤਾ। ਕੰਗ ਹਾਂਜੀ। ਇਹ ਤਿੰਨ ਗੋਤ ਸਾਨੂੰ ਚੇਤੇ ਆ। ਉਹ ਤਿੰਨ ਕੇ ਹੋਣੇ ਇਹਨਾਂ ਦੇ। ਮਝਾਲਾਂ ਦੇ। ਹਾਂ ਤਿੰਨ ਕੇ ਗੋਤ। ਉਹ 400 ਸਾਲਾਂ ਬਾਅਦ ਵੀ ਅਲੱਗ ਆ ਉਹਨਾਂ ਦੀ ਸੋਚ। ਹਾਲਾਂ ਵੀ ਸੋਚ ਅਲੱਗ ਹੈ ਉਹਨਾਂ ਦੀ। ਕਮਾਲ ਦੀ ਗੱਲ। ਅੱਛਾ ਫਿਰ ਹੁਣ ਜਿਹੜੇ ਸਾਡੇ ਕੋਲ ਰਫੀਜੀ ਇੱਥੇ ਆਏ ਆ, ਇਹ ਉਹ ਤਾਂ ਵੀ ਗਾਹਾਂ ਦੇ ਆਏ ਆ। ਇਲਾਕੇ ਦਾ ਫਰਕ ਜਿਹੜਾ ਸਾਡਾ ਆਹ ਏਰੀਆ ਰੋਪੜ ਤੇ ਲਾ ਕੇ ਮਾਲਪੁਰ ਤਾਈਂ ਇਦਾਂ ਦਾ ਸਾਰੇ ਸਾਡੇ ਪੰਜਾਬ 'ਚ ਨਹੀਂ ਹੋਣਾ ਏਰੀਆ। ਇਹ ਤਹਿਸੀਲ ਜਿਹੜੀ ਸੀਗੀ ਬਹੁਤ ਵਧੀਆ ਸੀ। ਗੜਸ਼ੰਕਰ ਬਲਾਚੌਰ ਤੇ ਗੜਸ਼ੰਕਰ। ਗੜਸ਼ੰਕਰ ਦੀ ਤਹਿਸੀਲ ਬਹੁਤ ਵਧੀਆ ਸੀ। ਵਿਚਾਰ ਵਾਲੇ ਬੰਦੇ, ਕੋਈ ਮਾੜਾ ਮੋਟਾ ਗਲਤ ਫਲਤ ਹੋਵੇ ਉਹ ਤਾਂ ਘਰਾਂ 'ਚ ਵੀ ਹੋ ਜਾਂਦਾ, ਪਿੰਡਾਂ 'ਚ ਵੀ ਹੋ ਜਾਂਦਾ, ਕੋਈ ਨਾ ਕੋਈ ਉਹ ਵੱਖਰੀ ਗੱਲ ਹੈ, ਜ਼ਿਆਦਾ ਹੀ ਨਹੀਂ ਖਰਾਬ ਹੈ। ਉਹ ਜਿੱਦਾਂ ਤੁਹਾਡੇ ਪਿੰਡ ਦਾ ਨਾਂ ਕਾਨੂੰਗੋ, ਗੜੀ ਕਾਨੂੰਗੋ ਆ। ਹਾਂ ਕੋਈ ਇੱਥੇ ਪਟਵਾਰੀ ਕਾਨੂੰਗੋ ਹੋਏ ਇੱਥੇ ਪਹਿਲਾਂ? ਨਾ ਪਿਆ ਨਾ ਪਿਆ ਹੋਊਗਾ ਵੀ ਪਹਿਲਾਂ ਕੋਈ ਕਾਨੂੰਗੋ ਹੋਊਗਾ। ਮਤਲਬ ਇਹ ਐਦਾਂ ਵੀ ਨਾਂ ਰੱਖ ਦਿੰਦੇ, ਦੋ ਤਾਂ ਹੀ ਰੱਖਦੇ ਜੇ ਕੋਈ ਕਾਨੂੰਨ ਦਾ ਮਾਹਰ ਹੋਵੇ ਨਾ। ਉਹ ਕਹਿੰਦੇ ਇਹ ਕਾਨੂੰਗੋ ਹੈ। ਬੰਦੇ ਦੇ ਵੀ ਦੋ ਨਾਂ ਰੱਖ ਦਿੰਦੇ, ਤਿੰਨ। ਅੱਛਾ। ਤੇ ਉਹ ਜਿਹੜੇ ਗੁੱਜਰ ਸੀਗੇ ਫਿਰ ਉਹਨਾਂ ਦਾ ਕੀ ਕਾਰੋਬਾਰ ਸੀ? ਖੇਤੀਬਾੜੀ ਕਰਦੇ ਜ਼ਮੀਨਾਂ ਤੀਆਂ। ਉਹਨਾਂ ਦੇ ਵੀ ਨਾਂ ਦੱਸ ਦਿਓ 5-7 ਦੇ ਜਿਹੜੇ ਮਸ਼ਹੂਰ ਸੀਗੇ। ਤੇ ਮਸ਼ਹੂਰ ਤਾਂ ਇੱਕ ਰੁਲੀਆ ਹੀ ਤਾਂ ਲੰਬੜਦਾਰ। ਅੱਛਾ ਜੀ। ਪੂਰਾ ਐ ਟੌ ਟੱਪੇ ਵਾਲਾ ਬੰਦਾ। ਬਸ ਉਹ ਇਸ ਏਰੀਏ ਥਾਣੇ ਦੇ ਵਿੱਚ ਜੋ ਉਹ ਕਰ ਲਵੇ। ਰੁਲੀਏ ਦਾ ਫਿਰ ਕਿ ਮਤਲਬ ਕਿੰਨਾ ਕੁ ਕੰਮਕਾਰ ਸੀ ਖੇਤੀਬਾੜੀ ਦਾ? ਤਕੜਾ ਸੀ ਉਹਦਾ। ਹੁਣ ਉਹ ਮਲਤਾਨ 'ਚ ਬੈਠਾ ਬੂਰੇ ਮੰਡੀ ਕੋ 509 ਚੱਕ 'ਚ। ਠੀਕ ਹੈ। ਬੂਰੇ ਮੰਡੀ 'ਚ ਗੁੱਜਰ ਬਹੁਤ ਬੈਠੇ ਨੇੜੇ ਤੇੜੇ, ਔਰ ਹੈਗੇ ਵੀ ਹੁਸ਼ਿਆਰਪੁਰ ਦੇ ਵੀ ਬਹੁਤ ਆ। ਬੜੀ ਬੂਰੇ ਮੰਡੀ ਦੇ ਨੇੜੇ ਆਹ ਜਿਹੜੇ ਗੁੱਜਰਾਂ ਦੇ ਪਿੰਡ ਸੀ ਨਾ ਇੱਧਰਲੇ, ਬਹੁਤ ਬੈਠੇ ਆ। ਉਹ ਉਸ ਏਰੀਏ 'ਚ ਜ਼ਿਆਦੇ ਆ। ਉਸ ਏਰੀਏ 'ਚ ਜ਼ਿਆਦੇ ਆ। ਕਦੀ ਮੁੜ ਕੇ ਆਇਆ ਉਹ? ਨਾ ਆਈ ਨਹੀਂ। ਅੱਛਾ। ਇੱਕ ਭਰਾਈ ਬਰਾਦਰੀ ਦਾ ਇੱਕ ਬੰਦਾ ਆਇਆ ਤਾਂ 47 ਤੇ ਮਗਰੋਂ, ਹੋਰ ਕੋਈ ਨਹੀਂ ਆਇਆ। ਉਹ ਕੀ ਦੱਸਦਾ ਸੀ ਵੀ ਕਿੱਦਾਂ ਇੱਥੋਂ ਜਦੋਂ ਉੱਜੜ ਕੇ ਗਏ, ਕਿੱਦਾਂ ਗਏ? ਔਖੇ ਹੋਏ, ਬੜੀ ਨਸੀਬਤ ਨਾਲ ਪੁੱਜੇ ਆ। ਹਾਂ ਬਾਬੇ ਤੁਹਾਡਾ ਪਰਿਵਾਰ ਕਿਵੇਂ ਰਹਿ ਗਿਆ, ਕਿਹਨੇ ਰੱਖ ਲਿਆ ਵੀ ਕਹਾਣੀ ਸੁਣਾ ਦਿਓ। ਅਸੀਂ ਇਦਾਂ ਕਰਕੇ ਜਦ ਹੱਥੀਂ ਕਾਰੋਬਾਰ ਕਰਦੇ ਹੁੰਦੇ ਸੀ, ਦੇਸੀ ਲੱਕੜ ਦੇ ਕੁੱਲ ਚਲਾਉਣੇ। ਅੱਛਾ। ਤੇ ਰਜਾਈਆਂ ਹੱਥੀਂ ਬਣਾਉਣੀਆਂ। ਜਦ ਤਾਂ ਮਸ਼ੀਨਰੀ ਹੈ ਨਾ ਸੀ। ਫਿਰ ਉਹਨਾਂ ਪਿੰਡ ਦਿਆਂ ਨੇ ਇਕੱਠੇ ਹੋਏ, ਕਹਿੰਦੇ ਵੀ 1-2 ਘਰ ਰੱਖ ਲਓ, ਕੰਮ ਕਿੱਦਾਂ ਚੱਲੂ। ਲੋੜ ਨੂੰ ਰੱਖ ਲੈ। ਜਿਹੜੇ ਸਾਡੇ ਵਿੱਚੋਂ ਕਈ ਬੰਦੇ ਸੀਗੇ ਉਹਨਾਂ ਨੂੰ ਪਹਿਲਾਂ ਪੁੱਛਣ ਗਿੱਛਣ ਲੱਗੇ, ਉਹ ਸਾਰੇ ਮੁੱਕਰ ਗਏ। ਕਹਿੰਦੇ ਸਾਡਾ ਇੱਥੇ ਕੰਮ ਨਹੀਂ ਚੱਲਣਾ, ਕਬੀਲਦਾਰੀ ਨਹੀਂ ਚੱਲਣੀ, ਅਸੀਂ ਤਾਂ ਜਿਹੜੇ ਬਾਕੀ ਜਾਂਦੇ ਉਹਨਾਂ ਨਾਲ ਚੱਲਣਾ। ਸਾਡਾ ਨੰਬਰ ਮਗਰੋਂ ਰੱਖਿਆ ਤਾਂ ਫਿਰ ਇਹਨਾਂ ਨੇ ਤਾਂ ਮੰਨੇ ਜਾਣਾ। ਅੱਛਾ। ਤੁਹਾਡੇ ਕੀ ਅੱਬਾ ਦਾ ਨਾਂ ਸੀ? ਉਹਨਾਂ ਵੀ ਅਲੀ ਆਈ ਸੀ। ਅੱਛਾ। ਹਾਂ ਫਿਰ ਉਹਨਾਂ ਨੂੰ ਪੁੱਛਿਆ? ਤੇ ਉਹਨਾਂ ਨੂੰ ਪੁੱਛਿਆ, ਆਹੋ ਸਿਆਣੇ ਨੂੰ ਪੁੱਛਣਾ ਸੀ। ਤੇ ਫਿਰ ਕਿਹਾ ਵੀ ਜੇ ਮਗਰੋਂ ਸਾਨੂੰ ਖਰਾਬੀ ਹੋਈ ਫਿਰ ਤਾਂ ਕੋਈ ਫਾਇਦਾ ਨਹੀਂ ਹੈ। ਉਹ ਕਹਿੰਦੇ ਕੋਈ ਦੇਖੂ ਵੀ ਨਹੀਂ ਤੁਹਾਨੂੰ, ਤਾਂ ਤੁਹਾਡੇ ਤੇ ਪਹਿਰਾ ਲਾ ਦੇਣਾ, ਕੋਈ ਨਹੀਂ ਬੜੂ। ਬਸ ਅਸੀਂ ਠੀਕ ਠਾਕ ਰਹੇ ਤੇ ਆਪਣਾ ਕੰਮ ਕੀਤਾ ਕਰਦੇ ਰਹੇ, ਤਾਂ ਬਾਕੀ ਅਸੀਂ ਠੀਕ ਠਾਕ ਹੈ। ਜਿਸ ਤਰ੍ਹਾਂ ਬਾਕੀ ਪਬਲਿਕ ਜਨਤਾ ਹੈਗੀ ਆ, ਉਸੇ ਤਰ੍ਹਾਂ ਅਸੀਂ ਹੈਗੇ ਆ। ਵਾਕਿਆ ਤੁਹਾਡਾ ਖਿਆਲ ਰੱਖਿਆ ਫਿਰ? ਖੋਰੋ ਖਿਆਲ ਤਾਂ ਰੱਖਣਾ ਹੀ ਸੀਗਾ ਉਹਨਾਂ ਨੇ। ਹਾਂ ਕੋਈ ਕਦੀ ਪ੍ਰੋਬਲਮ ਨਹੀਂ? ਕੋਈ ਨਹੀਂ। ਪਿੰਡ 'ਚ ਲਾਂਭਦਾ ਪਿੰਡ 'ਚ ਵੜਨ ਨਹੀਂ ਦਿੱਤਾ। ਤੁਹਾਡਾ ਇਕੱਲੇ ਘਰ ਰਿਹਾ ਸੀ? ਹਾਂ ਇਕੱਲਾ ਹੀ ਸਾਡਾ ਘਰ ਸੀਗਾ। ਤੇ ਕਿੰਨੇ ਜਣੇ ਚਾਚੇ ਤਾਏ ਵੀ ਨਾਲ ਸੀ? 2 ਚਲੇ ਗਏ ਤੇ ਤੁਸੀਂ ਇਕੱਲੇ ਰਹੇ? ਤੁਹਾਡੇ ਸਾਡਾ ਇਕੱਲਾ ਬਾਪ ਰਹਿ ਗਿਆ ਸੀਗਾ। ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ 2 ਭਰਾ ਤੇ ਇੱਕ ਭੈਣ ਸੀ ਸਾਡੀ, ਇੱਕ ਉੱਧਰ ਚਲੀ ਗਈ ਸੀ। ਉਹਦਾ ਕੀ ਨਾਂ ਸੀ? ਉਹਦੇ ਨਾਂ ਰਾਜੋ ਸੀਗਾ। ਤੇ ਇੱਕ ਭਰਾ ਇੱਥੇ ਰਹਿ ਗਿਆ? ਹਾਂ
ਤੇ ਦੋਨੇ ਭਰਾ ਇੱਥੇ ਰਹਿ ਗਏ, ਦੋਨੋਂ ਭਰਾ ਇੱਕ ਭੈਣ ਇੱਥੇ ਰਹਿ ਗਈ, ਹਾਂ ਫਿਰ ਉਹ ਵਾਪਸ ਉਹ ਵਿਆਹੀ ਸੀ, ਉਹ ਵੀ ਲੈ ਗਏ ਸੀ ਉਧਰ, ਦੂਜੀ ਨੂੰ ਵੀ। ਉਹ ਦੂਜੀ ਨੂੰ ਵੀ ਲੈ ਗਏ। ਹਾਂ ਜਿਹੜੀ ਇੱਕ ਉਧਰ ਗਈ, ਦੋਨੇ ਵਿਆਹੀਆਂ ਸੀ ਜਾਣੀ ਹਾਂ, ਕਿ ਦੋਵੇਂ ਵਿਆਹੀਆਂ। 47 ਤੋਂ ਹਾਂ, ਪਹਿਲਾਂ। ਹਾਂ। ਕਿਹੜੇ ਪਿੰਡ ਵਿਆਹੀਆਂ ਸੀ ਉਹ? ਤੇ ਇੱਧਰ ਤਾਂ ਇੱਕ ਤਾਂ ਗੜ੍ਹ ਸ਼ੰਕਰ ਸੀ, ਹਾਂ ਹਾਂ ਖਾਸ। ਹਾਂ ਇੱਕ ਇੱਧਰ ਸਾਡੇ ਕੋਲ ਆਕਲਿਆਣਾ ਸੀਗਾ, ਠੀਕ ਹੈ। ਤੇ ਇੱਥੇ ਵਿਆਹੇ ਸੀ। ਤਾਂ ਐਦਾਂ ਕਰਕੇ ਫਿਰ ਉਹ ਉਧਰ ਚਲੇ ਗਏ। ਮਗਰੋਂ ਫਿਰ ਅਸੀਂ ਦੋਏ ਵਿਆਹੇ ਹੋ ਸੀਗੇ, ਗਾਹਾਂ ਬੱਚੇ ਹੋ ਗਏ। ਨਹੀਂ ਤੁਸੀਂ 47 'ਚ ਵਿਆਹ ਹੋ ਸੀ? ਹਾਂਜੀ। ਕਮਾਲ ਦੇ। ਅੱਛਾ ਫਿਰ ਹੁਣ ਸਾਡੇ ਘਰ ਇਸ ਵੇਲੇ 12-13। ਅੱਛਾ ਤੁਹਾਡੇ 12-13 ਘਰ ਵੇ ਸਾਡੇ। ਨਹੀਂ ਬਾਬਾ, ਜਿਹੜੀ ਤੁਹਾਡੀਆਂ ਭੈਣਾਂ ਗਈਆਂ ਹਾਂ। ਉਹਨਾਂ ਨੂੰ ਵੀ ਐਂ ਲੱਗਦਾ ਹੋਣਾ ਕਿ ਤੁਸੀਂ ਵੀ ਚਲ ਗਏ ਉੱਧਰ, ਉਹਨਾਂ ਨੂੰ ਤਾਂ ਬਾਅਦ 'ਚ ਪਤਾ ਲੱਗਾ ਹੋਣਾ ਤੁਸੀਂ ਇੱਥੇ ਰਹਿ ਗਏ ਆ। ਤੇ ਨਹੀਂ, ਇੱਕ ਤਾਂ ਬਾਅਦ ਚ ਗਈ, ਇੱਕ ਪਹਿਲਾਂ ਗਏ ਹੋ ਸੀਗੇ, ਰੌਲਿਆਂ ਚ ਚਲੇ ਗਏ ਉਧਰ। ਉਹ ਅੱਛਾ ਹਾਂ, ਅੱਛਾ ਰੌਲਿਆਂ ਚ ਚਲੇ ਗਏ। ਉੱਧਰ ਕਿੱਥੇ ਜਾ ਕੇ ਰਹੇ ਹੋ? ਕਿਹੜਾ ਪਿੰਡ ਮਿਲਿਆ ਉਹਨਾਂ ਨੂੰ? ਇਹ ਹੈ ਕੁਜਮਾਣੀ ਹੈ, ਲੈਲਪੁਰ ਦੇ ਵਿੱਚ। ਅੱਛਾ ਜੀ, ਉੱਥੇ ਰਹਿੰਦੇ ਆ ਦੋਨੇ ਭੈਣਾਂ ਉੱਥੇ? ਉੱਥੇ ਹੀ ਹੈ। ਕਦੀ ਮਿਲਣ ਆਈਆਂ? ਨਹੀਂ, ਮਤਲਬ 47 ਦੇ ਵਿਛੜੇ ਮੁੜ ਕੇ ਮਿਲੇ ਨਹੀਂ? ਮੁੜ ਕੇ ਨਹੀਂ ਮਿਲੇ। ਹਲੇ ਹੈਗੀਆਂ? ਹੈਗੀ ਹੈ। ਦੋਨੇ ਭੈਣਾਂ ਹੈਗੀਆਂ? ਨਾ, ਪੂਰੀਆਂ ਹੋ ਗਈਆਂ, ਉਹ ਪੂਰੀਆਂ ਹੋ ਗਈਆਂ ਉਧਰ। ਪ੍ਰਾਹੁਣੇ ਉਹਨਾਂ ਦੇ? ਤੇ ਇੱਕ ਹੈਗਾ, ਇੱਕ ਹੈ ਨਹੀਂ। ਕਿਹੜਾ ਗੜ੍ਹ ਸ਼ੰਕਰ ਵਾਲਾ ਹੈਗਾ? ਅਕਲਿਆਣੇ ਵਾਲਾ ਹੈਗਾ, ਗੜ੍ਹ ਸ਼ੰਕਰ ਵਾਲਾ ਪੂਰਾ ਹੋ ਗਿਆ। ਬਾਬਾ ਜਦੋਂ ਕੋਈ ਡੈਥ ਹੁੰਦੀ ਫਿਰ ਚਿੱਠੀ ਪਾਉਂਦੇ ਆ ਉਹ? ਆਹੋ, ਕਦੇ ਕਦੇ ਇਦਾਂ ਦਾ ਫੋਨ ਫਾਨ ਹੁਣ ਚੱਲ ਪਏ, ਚਿੱਠੀਆਂ ਤਾਂ ਬੰਦ ਹੋ ਗਈਆਂ। ਦੇਖ ਲਓ ਬਾਬਾ ਜੀ, ਇਹ ਕਿੱਡਾ ਵੱਡਾ ਵਿਛੋੜਾ ਸੀ ਵੀ ਤੁਸੀਂ ਮੁੜ ਕੇ ਮਿਲੇ ਨਹੀਂ ਸਕੇ ਹੈ। ਉਹ ਕੁਦਰਤ ਦਾ ਭਾਣਾ। ਤੇ ਤੁਹਾਡੇ ਅੱਬਾ ਵੀ ਨਹੀਂ ਕਦੀ ਗਏ? ਮਾਂ ਤੁਹਾਡੀ ਕਿਤੇ ਉਧਰ? ਹਾਂਜੀ। ਨਾ, ਉਹ ਨਹੀਂ ਗਏ। ਉਹ ਵੀ ਨਹੀਂ ਆਈਆਂ? ਨਾ, ਉਹ ਤਾਂ ਇੱਥੇ ਸੀਗੇ, ਅਸੀਂ ਆਪ ਸਾਡੇ ਕੋਲੇ ਸੀਗੇ। ਨਹੀਂ ਉਹ ਤਾਂ ਸੀਗੇ ਇੱਥੇ, ਹਾਂ, ਹਾਂ। ਆਪਣੀਆਂ ਕੁੜੀਆਂ ਨੂੰ ਮਿਲਣ ਨਹੀਂ ਜਾ ਸਕੇ? ਨਹੀਂ ਟਾਈਮ ਮਿਲਿਆ। ਤੁਹਾਡੇ ਨਾਨਕੇ ਕਿੱਥੇ ਸੀਗੇ? ਜਾੜਲੇ। ਤੁਸੀਂ ਜਾੜਲੇ ਜਾਂਦੇ ਰਹਿੰਦੇ ਸੀ? ਹੋਰ ਸਭ ਪਤਾ, ਕਿਉਂ ਕੋਈ ਪੁਰਾਣਾ ਟੱਕਰ ਜਾਂਦਾ, ਸਭ ਕੁਝ ਪੁੱਛ ਲਈਦਾ ਹਰੇਕ ਬੰਦੇ ਨੂੰ। ਰਾਜਪੂਤਾਂ ਦਾ ਪਿੰਡ ਸੀ? ਰਾਜਪੂਤਾਂ ਦਾ ਸੀਗਾ। ਫਿਰ ਉਹ ਸਾਡੇ ਨਾਨਕਿਆਂ ਨੂੰ ਉਹਨਾਂ ਨੂੰ ਵੀ ਜ਼ਮੀਨ ਮਰੂਸ ਦੀ ਸੀਗੀ। ਇਹ ਹੁਣ ਜਿਹੜੇ ਸਾਡੇ ਨਾਨਕੇ ਸੀਗੇ, ਇਹ ਹੁਣ ਨਨਕਾਣੇ ਬੈਠੇ ਆ। ਖਾਸ ਤੰਬੂ ਗੁਰਦੁਆਰੇ ਦੇ ਮੋਹਰੇ ਘਰ ਹੈ, ਨਜ਼ੀਰ ਪਟਵਾਰੀ। ਸਾਡੇ ਬੰਦੇ ਇੱਧਰੋਂ ਗਏ ਸੀਗੇ। ਤੇ ਫਿਰ ਉਹਨਾਂ ਨੇ ਫਿਰ ਸਾਤੇ ਪੁੱਛਿਆ ਫਿਰ ਕਿੱਥੇ ਕੋ ਹੈ, ਫਿਰ ਚਲੇ ਗਏ। ਬੜੇ ਪਿਆਰ ਨਾਲ ਮਿਲੇ। ਅੱਛਾ, ਨਜ਼ੀਰ ਪਟਵਾਰੀ ਹੈ? ਨਜ਼ੀਰ ਪਟਵਾਰੀ ਬੜੇ ਪਿਆਰ ਨਾਲ ਮਿਲੇ। ਤੁਹਾਡੀ ਕਦੀ ਗੱਲ ਹੋਈ ਉਹਨਾਂ ਨਾਲ? ਹੈ ਤੇ ਆਹੋ, ਕਦੇ ਇੱਕ ਦੋ ਕੁ ਵਾਰੀ ਹੈਗੇ ਹਾਲੇ? ਹੈਗੇ। ਤੁਹਾਡੇ ਮਾਮੇ ਦਾ ਮੁੰਡਾ ਹੈਗਾ? ਮਾਮੇ ਦਾ ਮੁੰਡਾ ਨਹੀਂ, ਮਾਮੇ ਦਾ ਪੋਤਾ ਆ। ਪਾਸਪੋਰਟ ਤਾਂ ਅਸੀਂ ਵੀ ਬਣਾਇਆ। ਫਿਰ ਇੱਕ ਵਾਰੀ ਪਾਕਿਸਤਾਨ ਦੇਖੀਏ, ਨਨਕਾਣਾ ਦੇਖੀਏ। ਤੇ ਆ ਹੁਣ ਬਹੁਤੇ ਬੰਦੇ ਨਹੀਂ ਜਾ ਸਕਦੇ। ਨਹੀਂ ਜਾ ਸਕਦੇ। ਹੁਣ ਵੀ ਅਸੀਂ ਉਹ ਬੁਲਾ ਕੇ ਇੱਕ ਬੰਦੇ ਨੂੰ ਕਿਹਾ ਸੀਗਾ, ਮੈਂ ਕਿਹਾ ਕਾਰਵਾ ਪਰਾਲਾ ਕੋਈ, ਕਹਿੰਦਾ ਪੇਸ਼ ਨਹੀਂ ਜਾਂਦੀ ਹੈ। ਫਿਰ ਜੇ ਚਲੇ ਗਏ ਤਾਂ ਬਗਲ ਕਿਸੇ ਕੋ ਖੜ ਬੈਠ ਨਹੀਂ ਸਕਦੇ। ਨਹੀਂ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਲੋਕ ਮਿਲਦੇ ਆ। ਇਹ ਵੀ ਲਾ ਹੁੰਦਾ ਥੋੜਾ ਜਿਹਾ। ਨਹੀਂ, ਆਪਣੇ ਜਿੱਥੇ ਤੁਸੀਂ ਜਾਣਾ ਉੱਥੇ ਜਾਣਾ ਬਸ, ਆਸੇ ਪਾਸੇ ਨਹੀਂ ਜਾਣਾ। ਹਾਂ, ਫਿਰ ਜਾਣਾ ਗੁਰਦੁਆਰੇ ਨੂੰ, ਬਗਲ ਕਿਸੇ ਦੇ ਘਰ ਨਹੀਂ ਜਾਣ ਦਿੰਦੇ। ਤੁਹਾਡਾ ਤਾਂ ਘਰ ਹੀ ਉੱਥੇ ਅਸੀਂ ਆ ਨਨਕਾਣਾ ਸਾਹਿਬ ਹੀ ਆ। ਅੱਛਾ ਬਾਬਾ ਜੀ, ਗੱਲ ਦੱਸੋ, ਜਿਹੜੇ ਤੁਹਾਡੇ ਪਿੰਡ ਦੇ ਰਾਜਪੂਤ ਸੀਗੇ, ਹਾਂ, ਉਹਨਾਂ ਜਿਹੜਾ ਡਾਕੂ ਸੀਗਾ, ਹਾਂ, ਉਹਦਾ ਕਿੰਨਾ ਕੁ ਨਾਂ ਹੁੰਦਾ ਸੀ ਉਦੋਂ ਇਲਾਕੇ 'ਚ? 35-40 ਬੰਦੇ ਹੁੰਦੇ ਤੇ ਉਹ ਦਿਨ ਨੂੰ ਡਾਕਾ ਮਾਰ ਲੈਂਦੇ ਤੇ। ਇਹ ਨਾਲ ਹੋਰ ਬਹੁਤ ਤੇ। ਅੱਛਾ, ਅੰਗਰੇਜ਼ਾਂ ਦਾ ਰਾਹ ਸੀ ਤੇ ਇਦਾਂ ਦਾ। ਤੁਸੀਂ ਦੇਖਿਆ ਉਹ ਡਾਕੂ ਬੰਦਾ? ਹਾਂ, ਡਾਕੂ ਦੇਖਿਆ। ਛੋਟੇ ਛੋਟੇ ਤੇ ਅਸੀਂ। ਉਹ ਕਿੰਨਾ ਉੱਚਾ ਲੰਮਾ ਸੀ ਬੰਦਾ? ਹਾਂ, ਜਵਾਨ ਬਹੁਤ ਸੀਗਾ ਸਾਰਿਆਂ 'ਚ, ਜਿੱਦਾਂ ਪਹਿਲਵਾਨ ਹੁੰਦਾ ਨਾ। ਤੇ ਇਹ ਸੀਗਾ ਹੋਰ ਨਾਲ ਹੋਰ ਵੀ ਬਗਲ ਸੀਗੇ। ਐਡੀ ਬੜੀ ਤਕੜੀ ਪਾਰਟੀ ਸੀ। ਲੋਕਾਂ ਦੇ ਡਾਕਾ ਮਾਰ ਕੇ ਨਿਆਣੇ ਵਿਆਹ ਹੁੰਦੇ ਤੇ। ਇਹ ਕਿੱਦਾਂ? ਇਹ ਗੱਲ ਸੁਣਾਇਓ। ਇਹ ਇੱਕ ਮਰਾਸੀ ਸੀਗਾ, ਕਹਿੰਦਾ ਉਰੇ ਓਏ, ਤੇ ਤਾਂ ਕੁੜੀਆਂ ਮੰਗ ਲਈਆਂ? ਨਹੀਂ ਜੀ ਚੌਧਰੀ, ਕੁੜੀਆਂ ਨਹੀਂ ਮੰਗੀਆਂ। ਨਾ ਮੰਗੀਆਂ ਹੈਗੀਆਂ, ਵਿਆਹੀਆਂ ਨਹੀਂ। ਉਹ ਵਿਆਹ ਰੱਖਦੇ ਫੇ ਮੇਰੇ ਕੋਲ ਕੁਛ ਨਹੀਂ ਆਖੇ, ਅਸੀਂ ਆਪੇ ਕਰ ਦਵਾਂਗੇ, ਤੇਰਾ ਕੋਈ ਬੋਝ ਨਹੀਂ ਪੈਂਦਾ, ਕਰਦੇ ਆ ਇੰਤਜ਼ਾਮ ਤੇਰਾ। ਹਾਂ, ਇੱਥੇ ਕਾ ਪਾਰ ਗਏ, ਡਾਕਾ ਮਾਰਿਆ
ਪੰਡਾ ਬੰਨ ਲਿਆ ਰੁਪਈਆਂ ਦੀਆਂ ਲਿਆ ਕੇ ਬਸ ਉਹਨੂੰ ਕਿਹਾ ਵੀ ਆ ਲੈ ਅੱਧਾ ਕਿਲੋ ਆਹ ਅੱਧਾ ਸੇਰ ਕਹਿੰਦੇ ਹੁੰਦੇ ਤੇ ਇੰਨੀ ਸਰੋਂ ਦੇ ਆ ਇੰਨੀ ਬਰਾਤ ਆਵੇ। ਤਾਂ ਇਹ ਪਿੰਡ ਦੇ ਕੱਢ ਲਏ ਜਦ ਗੱਡੇ ਗੁੱਡੇ ਹੁੰਦੇ ਨਾ ਸ ਪੰਡਾਂ ਲਿਆ ਕੇ ਰੱਖ ਦਿੱਤੀਆਂ। ਜਿੱਦਾਂ ਛਿੰਝ ਦਾ ਮੇਲਾ ਹੁੰਦਾ ਬਰਾਤ ਆਈ, ਜਿੱਦਾਂ ਛਿੰਝ ਦਾ ਮੇਲਾ ਹੁੰਦਾ ਐਦਾਂ ਆਈ। ਉਹ ਪਿੰਡ 'ਚ ਹੀ ਇੰਤਜ਼ਾਮ ਕੀਤਾ, ਵਿਆਹ ਹੋ ਗਿਆ। ਤੁਸੀਂ ਉਹ ਵਿਆਹ ਦੇਖਿਆ? ਹਾਂ ਦੇਖਿਆ ਜੀ, ਅਸਤਬਾਜੀ ਚੱਲਦੀ ਤੀ ਟੋਬੇ ਤੇ ਅਸਤਬਾਜੀ ਬੜੀ ਚੱਲੀ ਤੇ ਬਸ ਲੰਗਰ ਪਾਣੀ ਪਿੰਡ ਵਾਲਾਂ ਹੀ ਉਹਦੇ ਘਰੀ ਜਾਣੇ ਨਹੀਂ ਦਿੱਤੇ। ਐਦਾਂ ਦੇ ਉਹ ਕੰਮ ਜਾਂ ਫੜਨ ਆਏ, ਕਹਿੰਦੇ ਪੁਲਿਸ ਵਾਲੇ ਕਹਿੰਦੇ ਐਡਾ ਡਾਕੂ ਹੈ ਤਾਂ ਇਹ ਧੜ ਉਡਾਉਂਦਾ। ਕਹਿੰਦਾ ਹੈਗਾ ਐਡਾ ਹੀ ਡਾਕੂ। ਕਹਿੰਦਾ ਅਸੀਂ ਆਪਣਾ ਕੰਮ ਕਰਕੇ ਰੋਟੀ ਖਾਂਦੇ, ਇਹ ਤਾਂ ਲੋਕਾਂ ਦੇ ਨਿਆਣੇ ਵਿਆਹੁੰਦੇ ਅਸੀਂ। ਮਰਾਸੀਆਂ ਦੇ ਨਾਂ ਕੀ ਸੀਗੇ? ਇੱਕ ਨਾਂ ਤਾਂ ਸੀਗਾ ਹਰੀਮ ਬਖਸ਼। ਅੱਛਾ ਜੀ। ਤੇ ਇੱਕ ਨਾਂ ਸੀਗਾ ਮੁੱਲਾ। ਅੱਛਾ, ਉਹ ਕੋਈ ਮਤਲਬ ਗਾਉਣ ਵਜਾਉਣ ਦਾ ਵੀ ਕੰਮ ਕਰਦੇ ਸੀ? ਨਾ ਹੋਰੇ ਮਿਹਨਤ ਕਰਦੇ ਤੇ ਆਪਣੀ, ਉਹ ਨਾ ਕਰਦੇ। ਅੱਛਾ ਅੱਛਾ ਅੱਛਾ। ਮਤਲਬ ਪਿੰਡ ਦੇ ਵਿੱਚ ਪੂਰਾ ਪਿਆਰ ਸੀ ਸਾਰਿਆਂ ਦਾ, ਹਨਾ ਜੀ? ਕੋਈ ਵੀ ਕਿਸੇ ਤਰ੍ਹਾਂ ਦਾ ਬੜਾ ਇਤਫਾਕ ਸੀਗਾ। ਕੋਈ ਪੁਲਿਸ ਨਹੀਂ ਨਾ ਸਾਂਦੀ, ਕੋਈ ਡਾਕੂ ਨਾ ਸਾਂਦਾ। ਉਸ ਵੇਲੇ ਐਦਾਂ ਦਾ ਰਿਵਾਜ ਸੀਗਾ, ਇੰਨਾ ਪਿਆਰ ਸੀਗਾ। ਤਾਂ ਕੋਈ ਚੋਰੀ ਨਾ ਸੁਣਦੀ, ਤਾਂ ਕੋਈ ਕਿਸੇ ਤਰ੍ਹਾਂ ਦੀ ਖਰਾਬੀ ਨਾ ਸੁਣਦੀ। ਸਾਰੇ ਪਿੰਡਾਂ 'ਚ ਹਾਂ, ਹੁਣ ਤਾਂ ਰਿਵਾਜ ਐਦਾਂ ਦਾ ਹੋ ਗਿਆ, ਜਰਾ ਕੁ ਦਾ ਪਤਾ ਨਹੀਂ ਮਿੰਟਾਂ 'ਚ ਕਿਆ ਹੋ ਜਾਣਾ। ਕਹਿੰਦੇ ਹੁੰਦੇ ਤੇ ਵੀ ਐਦਾਂ ਦਾ ਮਾੜਾ ਮੰਦਾ ਹਾਲ ਆਣਾ, ਸਾਡੇ ਵੱਲ ਨੂੰ ਹੱਥ ਕਰਨਾ ਹੈ, ਨਿਆਣੇ ਨੇ ਦੇਖਣਾ, ਅਸੀਂ ਉਹ ਦੇਖਦੇ ਹਾਂ। ਉਹ ਗੱਲਾਂ ਜਿਹੜੀਆਂ ਗ੍ਰੰਥਾਂ 'ਚ ਲਿਖੀਆਂ ਉਹ ਸੱਚੀਆਂ ਹੋ ਗਈਆਂ। ਜਦੋਂ ਬਚਪਨ ਸੀਗਾ, ਹਾਂ, ਉਦੋਂ ਇਦਾਂ ਚੌਂਤਿਆਂ 'ਚ ਚੌਂਕਾਂ 'ਚ ਜਾਂ ਪਿੱਪਲਾਂ ਥੱਲੇ ਬੋੜਾਂ ਥੱਲੇ ਬਹਿ ਕੇ ਹੁੱਕੇ ਪੀਂਦੇ ਹੋਣੇ ਲੋਕ? ਹਰ ਜਗ੍ਹਾ ਬੈਠ ਕੇ ਆਪਣੇ ਹੁੱਕਾ ਚੱਲਦਾ, ਗੱਲਾਂ ਬਾਤਾਂ ਚੱਲਦੇ। ਹੁੱਕਾ ਚੱਲਦਾ ਸੀ ਨਾ ਉਦੋਂ? ਹਾਂ, ਹੁੱਕਾ ਚੱਲਦਾ ਤਾਂ ਸਣਾ ਹੁੰਦੀਆਂ ਤੀਆਂ, ਉਹ ਤੋੜੀ ਜਾਣੀਆਂ, ਸੇਕੀ ਜਾਣਾ। ਜਾਣੀ ਜਿੱਥੇ ਕਿਤੇ ਬੈਠਣ ਦਾ ਟਿਕਾਣਾ ਸੀਗਾ ਉੱਥੇ 5 7 10 ਬੈਠੇ ਹੀ ਰਹਿਣੇ। ਅੱਛਾ ਬਾਬਾ, ਕਾਠਗੜ੍ਹ ਦਾ ਵੀ ਇੱਕ ਚੌਧਰੀ ਬੰਦਾ ਸੀ, ਕਹਿੰਦੇ ਬਹੁਤ ਤਕੜਾ ਮੁਸਲਮਾਨ ਰਾਜਪੂਤ। ਇੱਕ ਉਹ ਤਕੜਾ ਸੀ। ਇੱਕ ਇਹ ਸਰਦਾਰ ਤੇ ਕਾਠਗੜੀਏ ਸਰਦਾਰ। ਕਾਠਗੜੀਏ ਸਰਦਾਰ ਇਹ ਵੀ ਤਕੜੇ ਸੀ। ਇਹ ਤਕੜੇ ਸੀਗੇ। ਤਾਂ ਇਹ ਉਹ ਚਲੇ ਗਏ ਕਾਠਗੜ੍ਹ। ਉਹ ਵੀ ਸੁੱਖ ਸਾਂਦ ਨਾਲ ਚਲੇ ਗਿਆ, ਉਹਨਾਂ ਨੂੰ ਕੋਈ ਖਰਾਬੀ ਨਹੀਂ ਆਈ। ਇੱਥੇ ਆ ਸਾਡੇ ਮਹਿੰਦੀਪੁਰ ਤਾਂ ਇਹ ਵੀ ਸੁੱਖ ਸਾਂਦ ਨਾਲ ਚਲੇ ਗਿਆ। ਚਣਕੋਏ ਦੀ ਹਾਲਤ ਖਰਾਬ ਹੋਈ। ਉਹ ਇੱਦਾਂ ਸੀਗਾ, ਇਹ ਕਿਸੇ ਨੇ ਸ਼ਰਾਰਤ ਕੀਤੀ, ਪਹਿਲਾਂ ਕਿਹਾ ਤਿਆਰ ਹੋ ਕੇ ਬੈਠੇ ਤੇ ਲੜਨੇ ਨੂੰ। ਤਾਂ ਕਹਿੰਦੇ ਤੁਸੀਂ ਚੱਲ ਜਾਓ, ਪੁਲਿਸ ਦਾ ਬੰਦਾ ਤਾਂ ਤੇ ਅਸੀਂ ਜ਼ਿੰਮੇਵਾਰ ਹਾਂ, ਤੁਸੀਂ ਪਕਾਓ ਖਾਓ। ਤੇ ਉਹ ਕੋਈ ਪਕਾਉਣ ਲੱਗਾ, ਕੋਈ ਖਾਣ ਲੱਗਾ। ਜਾਨੂੰ ਫਿਰ 4 ਵਜੇ ਹਮਲਾ ਹੋ ਗਿਆ। ਬਸ ਬਹੁਤ ਮੰਦੀ ਹਾਲ ਹੋ ਜ਼ਿਆਦਾ ਕਤਲ-ਗਾਰਤ ਹੋਈ ਉੱਥੇ ਤਾਂ। ਫਿਰ ਜਿਹੜੀਆਂ ਜਨਾਨੀਆਂ ਲੜਕੀਆਂ ਸੀਗੀਆਂ ਉਹ ਮਸੀਹ 'ਚ ਇਕੱਠੀਆਂ ਹੋਈਆਂ ਤੀਆਂ, ਉਹ ਆਪ ਮਾਰ ਗਏ। ਅੱਛਾ ਅੱਛਾ ਅੱਛਾ। ਫਿਰ ਉਹ ਸਾਡੇ ਪਿੰਡ ਦੇ 4-5 ਬੰਦੇ ਗਏ ਤੇ ਲਿਜਾ ਕੇ ਵੀ ਇਹ ਬਿਮਾਰੀ ਫੈਲ ਜਾਊ ਤੇ ਇਹਨਾਂ ਨੂੰ ਕਿਤੇ ਬਗਲ ਦੱਬ ਦਿਓ। ਤੁਹਾਡੇ ਪਿੰਡ ਦੇ ਬੰਦੇ ਆਪ ਹੀ ਗਏ ਜਾਂ ਮੁਸਲਮਾਨ? ਸਾਡੇ ਸਿਆਣੇ ਦੇ ਬੰਦੇ ਉਹਨਾਂ ਨੂੰ ਦਬਾਉਣ ਗਏ ਤੇ ਉਹਨਾਂ 'ਚ ਬਾਬਾ ਜੀ ਕੋਈ ਬੰਦਾ ਹੈਗਾ ਜਿਹੜਾ ਦਬਾਉਣ ਗਿਆ? ਉਹ ਪੂਰੇ ਹੋ ਗਏ। ਗੱਲਾਂ ਤਾਂ ਸੁਣੀਆਂ ਨਾ ਉਹਨਾਂ ਤੋਂ। ਅੱਛਾ ਅੱਛਾ ਅੱਛਾ। ਉੱਦਾਂ ਅਸੀਂ ਕਿਹੜਾ ਬਾਹਰ ਗਏ ਸੀਗੇ, ਉੱਥੇ ਰਹਿੰਦੇ ਤਾਂ ਪਿੰਡ 'ਚ ਹੀ ਸੀਗੇ, ਸਾਰਾ ਪਤਾ। ਉਹ ਫਿਰ ਕਹਿੰਦੇ ਉਹਨਾਂ ਨੇ ਟੁੰਬਾਂ ਪਾਈਆਂ ਤੇ ਉਹ ਸਾਰੀਆਂ ਟੁੰਬਾਂ ਸੋਨੇ ਚਾਂਦੀ ਦਾ ਇੱਕ ਪੀਪਾ ਭਰ ਗਿਆ। ਉਹ ਇੱਥੇ ਨੂੰ ਲੈ ਆਏ, ਅਸੀਂ ਫਿਰ ਵੰਡ ਲਿਆ। ਤਾਂ ਖੂਹ ਭਰ ਗਿਆ ਤਾਂ ਲਾਛਾਂ ਨਾਲ ਖਿੱਚ ਕੇ ਸਿੱਟ ਕੇ। ਤਾਂ ਐਦਾਂ ਦੀ ਵਕਤ ਆਈ ਸੀਗੀ। ਬਾਬਾ ਜਿਹੜਾ ਚਣਕੋਏ ਹੋਇਆ ਕੰਮ ਨਾ, ਚਣਕੋਏ ਦੇ ਉੱਪਰ ਇੱਕ ਪਿੰਡ ਹੈ ਚਣਕੋਈ। ਆਹੋ, ਉਹ ਵੀ ਰਾਜਪੂਤਾਂ ਦਾ ਪਿੰਡ ਸੀ। ਚਣਕੋਈ ਵੀ ਉੱਥੇ ਦੇ ਬੰਦੇ ਵੀ ਉੱਥੇ ਆਏ ਹੋ ਸੀਗੇ। ਕਹਿੰਦੇ 1-2 ਬੰਦਿਆਂ ਨੇ ਬਹੁਤ ਮੁਕਾਬਲਾ ਕੀਤਾ ਇੱਥੇ। ਮੁਕਾਬਲਾ ਤਾਂ ਇਹ ਇੱਥੇ ਮਹਿਤਪੁਰ ਦੇ ਉਹ ਇੱਥੇ ਦੱਸਦੇ ਤੇ ਹੁਣ ਸਾਨੂੰ 20 ਸਾਲ ਹੋਏ। ਉਹ ਬੰਦੇ ਹੁਣੇ ਮਰੇ ਆ। ਕਹਿੰਦੇ ਅਸੀਂ ਪਰਲੇ ਪਾਸੇ ਤੇ ਪਏ 3 ਵਾਰੀ ਛੱਡ ਕੇ ਆਏ ਸਾਨੂੰ। ਜਿਹੜਾ ਮਜਾਰੀ ਦੇ ਨਾਲ ਹੀ ਪਿੰਡ ਆ? ਚਣਕੋਆ ਨਹੀਂ, ਮਜਾਰੀ ਦੇ ਜਿਹੜਾ ਨਾਲ ਹੀ ਆ, ਇੱਧਰ ਕਰੋੜ ਤੇ ਇੱਧਰ ਨੂੰ ਕਰ ਮਹਿੰਦਪੁਰ। ਹਾਂਜੀ, ਉਹ ਦੱਸਦੇ ਸੀ। ਅੱਛਾ, ਜਿੱਥੇ ਚੁਸਮੀਆਂ ਤੇ ਇੱਧਰ ਨੂੰ ਕਰਕੇ। ਅੱਛਾ, ਬਜ਼ੁਰਗ ਦੱਸਦੇ ਹੋਣੇ ਆ। ਆਹੋ, ਇਹ ਦੱਸਦੇ ਜਿਹੜੇ ਗਏ ਉਤੇ ਮਾਰਨ। ਅੱਛਾ ਅੱਛਾ। ਇਸ ਮਹਿਲਪੁਰ ਦੇ ਤੇ। ਅੱਛਾ, ਕਹਿੰਦੇ ਸਾਨੂੰ 3 ਵਾਰੀ ਛੱਡ ਕੇ ਆਏ। ਤੇ ਇੱਕ ਰਫਲ ਵਾਲਾ ਸੀਗਾ, ਉਹਨੂੰ ਕਿਹਾ ਵੀ ਜਾਂ ਅਸੀਂ ਮਰ ਜਾਵਾਂਗੇ ਤਾਂ ਚਲਾਉਂਗਾ। ਆਖੇ ਥੋੜ੍ਹੇ ਜਿਹੇ ਹਟ ਮੇ ਰਹੋ ਪਿੱਛੇ ਨੂੰ।
ਬਸ ਫਿਰ ਉਹ ਇੱਕ ਵਾਰੀ ਜਾਓ ਉਹ ਹਟਵੇਂ ਰਹੇ, ਗੋਲੀ ਚੱਲੀ, 2-4 ਡੇਗੇ, ਫਿਰ ਨੱਠ ਭੱਜ ਪੈ ਗਈ, ਉਹ ਫਿਰ ਸਾਰਾ ਤਬਾਹ ਹੋ ਗਿਆ। ਤਾਂ ਇੰਨੇ ਹੋਰ 22 ਪਿੰਡ ਇਕੱਠੇ ਹੋਏ ਤੇ ਬੜਾ ਚੌਰਾ ਜਿੰਨੇ ਏਰੀਆ ਸਭ ਇਹ ਬਾਗ ਹੁੰਦੇ ਤੇ ਸਭ ਭਰ ਗਏ। ਤੁਹਾਡੇ ਪਿੰਡ ਦੇ ਫਿਰ ਗੁੱਜਰ ਜਾਂ ਰਾਜਪੂਤ ਜਾਂ ਹੋਰ ਬੰਦੇ ਤੁਹਾਨੂੰ ਮਿਲ ਕੇ ਗਏ ਜਾਣ ਲੱਗੇ? ਹਾਂ ਉਸ ਉੱਥੇ ਕਿੱਥੇ ਮਿਲਣੇ ਦਾ ਟਾਈਮ, ਅਸੀਂ ਤਾਂ ਆਪਣੇ ਘਰੀਂ ਬੈਠੇ ਤੇ ਉਹ ਆਪਣੇ ਜਾ ਕੇ ਇਕੱਠੇ ਹੋਏ ਤੇ ਤਕਾਲਾਂ ਨੂੰ ਰਾਤ ਨੂੰ ਤੁਰ ਗਏ। ਉਹ ਤੁਹਾਡੇ ਨਾਲ ਖੇਡਣ ਵਾਲੇ ਵੀ ਹੋਣੇ ਕਈ ਮੁੰਡੇ, ਬਥੇਰੇ ਥਕੇ। ਉਹਨਾਂ ਦੇ ਨਾਂ ਚੇਤੇ ਆ? ਆਹੋ ਚੇਤੇ ਕੀ ਦੱਸੋ ਤਾਂ, ਸ਼ਾਇਦ ਕੋਈ ਜਿਉਂਦਾ ਹੋਵੇ। ਇੱਕ ਨਾ ਬਸ਼ੀਰ ਤਾਂ, ਉਹ ਕਿਹਦਾ ਮੁੰਡਾ ਸੀ? ਬਸ਼ੀਰ ਗੁਜਰਾਂ ਦਾ। ਤਾਂ ਬਾਕੀ ਇੱਕ ਨਾ ਅਸਲਮ ਤੇਗਾ, ਤਾਂ ਇੱਕ ਨਾ ਅਲਾਦਾਤ ਤਾ, ਤੇ ਇਹ ਸਾਰੇ ਗੁੱਜਰਾਂ ਦੇ ਸੀ? ਹਾਂ ਇਹ ਗੁਜਰਾਂ ਦੇ ਸੀਗੇ। ਤੁਹਾਡੇ ਤਾਏ ਦਾ ਕੀ ਨਾਂ ਸੀ ਜਿਹੜਾ ਚਲਾ ਗਿਆ? ਤੇ ਤਾਇਆ ਨਾ ਚਾਚੇ ਤੇ ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਗਾਮੂ ਸਾ, ਤੇ ਇੱਕ ਨਾ ਦੀਨਾ ਸੀਗਾ, ਤੇ ਇੱਕ ਨਾ ਜੀਜ ਦਾ, ਇੱਕ ਨਾ ਫਜਲਾ ਸੀਗਾ। ਅੱਛਾ, 4 ਚਾਚੇ ਸੀ। ਹਾਂ, ਇਹ ਤੇ ਚਲੇ ਭੂਆ ਵੀ ਸੀ ਕੋਈ ਤੁਹਾਡੀ? ਤੇ ਭੂਆ ਨਾ ਹੈ। ਇਹ ਜਿਹੜੇ 4 ਚਲ ਗਏ ਉਧਰ, ਹਾਂ ਕਦੀ ਮੁੜ ਕੇ ਤੁਹਾਡੇ ਨਾ। ਅੱਬਾ ਨੂੰ ਮਿਲੇ? ਕੋਈ ਨਹੀਂ ਆਇਆ। ਕਿੱਥੇ ਗਏ ਪਤਾ? ਇਹ ਬੈਠੇ ਹੈਗੇ ਆ ਆਪਣੇ ਮਿੰਟ ਕੁੰਬਰੀ 5 ਚੱਕ ਵਿੱਚ, ਮਾਲਿਆਂ ਵਾਲੀ, ਮਲਿਆਂ ਵਾਲਾ ਸਟੇਸ਼ਨ, ਮਾਲਿਆਂ ਵਾਲਾ ਸਟੇਸ਼ਨ 5 ਚੱਕ। ਤੇ ਤੁਹਾਡੇ ਦਾਦੀ ਦਾਦਾ ਸੀਗੇ ਉਦੋਂ? ਉਹ ਨਹੀਂ ਦੇਖਿਆ ਸੀ, ਉਹ ਪਹਿਲਾਂ ਹੀ ਪੂਰੇ ਹੋ ਗਏ? ਪਹਿਲਾਂ ਬਹੁਤ ਚਿਰ ਹੋਇਆ। ਉਹ ਤੁਹਾਡਾ ਜਿਹੜਾ ਤੇਲ ਕੱਢਣ ਦਾ ਕੰਮ ਸੀ ਉਹ ਕਿੰਨਾ ਕੁ ਔਖਾ ਸੀਗਾ? ਜਿਹੜਾ ਕੋਈ ਕੰਮ ਕਰਦਾ ਹੁੰਦਾ ਸੌਖਾ ਹੀ ਹੁੰਦਾ। ਉਹ ਕਹਿੰਦੇ ਬੜਾ ਉਹ ਟੈਕਨੀਕ ਨਾਲ ਕੰਮ ਹੁੰਦਾ, ਉਹ ਜਿਹਦਾ ਤੇਲ ਨਿਕਲਦਾ ਨਹੀਂ। ਹਾਂ ਹਾਂ, ਤੁਸੀਂ ਕੱਢ ਲੈਂਦੇ ਸੀ? ਸਭ ਕੀਤਾ ਅਸੀਂ ਕੰਮ। 47 ਤੋਂ ਬਾਅਦ ਚ ਵੀ ਕੀਤਾ? ਹਾਂ ਅਸੀਂ ਸਾਰੇ ਇੱਥੇ ਆ ਦੇਖੋ, ਆ ਗੁੰਮਜ ਦਿਖਦਾ? ਹਾਂਜੀ ਹਾਂਜੀ। ਅਸੀਂ ਉਹ ਗੁੰਮਜ ਤੇ ਲੱਗੇ ਹਾਂ ਦੱਸਣ, ਪਹਿਲੇ ਅਸੀਂ ਬਣਦੇ ਵੀ ਨਹੀਂ ਦੇਖੇ। ਅੱਛਾ ਅੱਛਾ ਅੱਛਾ। ਤੇ ਇਹ ਕਿੱਦਾਂ ਬਣਾਉਂਦੇ, ਕਿਆ ਕਰਦੇ। ਅਸੀਂ ਲੋਹੇ ਦਾ ਕੰਮ, ਲੋਹਾ ਕੀਤਾ, ਖੁਰੀਆਂ ਵੀ ਲਾਈਆਂ। ਅੱਛਾ। ਬਹੁਤ ਇਹ ਅਸੀਂ ਬਣਾਉਂਦੇ ਵੀ ਨਹੀਂ ਦੇਖੇ, ਹੱਥੀਂ ਤਾਂ ਕਿਆ ਕੀਤਾ। ਉਹ ਗੁੰਮਜ ਤੇ ਲੱਗੇ ਦੱਸਣ, ਜਲੰਧਰ ਤਾਂ ਇਦਾਂ ਦਾ ਗੁੰਮਜ ਨਹੀਂ ਲਗਾਇਆ। ਠੀਕ। ਪੰਜਾਬ ਇੱਥੇ ਸਾਡੇ ਪੰਜਾਬ ਚੋਂ ਆ ਜਾਵੇ ਇਹ ਬਣਾਉਣੇ ਵਾਲਾ, ਉਹ ਇਹਦੀ ਗਿਣਤੀ ਹੁੰਦੀ, ਉਹ ਦੱਸ ਨਹੀਂ ਸਕਦਾ ਵੀ ਇਹ ਕਿੱਦਾਂ ਕੰਮ ਕਰੀ। ਇਹ ਬੜਾ ਔਖਾ ਕੰਮ ਹੈ ਜੀ। ਇੱਕ ਤਾਂ ਥੱਲੇ ਦੁਨੀਆ ਨਾ ਸਕਾਲਣੇ ਵਾਲੇ, ਉਹ ਖੁਦਾ ਪਰਮਾਤਮਾ ਸਕਾਲਣੇ ਵਾਲਾ ਹੁੰਦਾ, ਉਹਦਾ ਜਿਹੜਾ ਨਕਸ਼ਾ ਹੁੰਦਾ ਉਹ ਵਧੀਆ ਹੁੰਦਾ। ਵਾਹ ਜੀ ਵਾਹ। ਤੇ ਬਾਬਾ ਜੀ ਉੱਦਾਂ ਤੁਹਾਡੇ ਪਿੰਡ ਮਸੀਤਾਂ ਕਿੰਨੀਆਂ ਹੁੰਦੀਆਂ ਸੀ ਗੜੀ 'ਚ? ਇੱਥੇ ਹਾਂਜੀ। ਇੱਥੇ ਇੱਕੋ ਹੀ ਤੀ। ਪੂਰੀ ਈਦ ਦੀ ਰੌਣਕ ਹੋਣੀ ਪੂਰੀ ਹੈ? ਉਹ ਤਾਂ ਸਭ ਹੁੰਦੀ ਹੈ। ਪਰ ਸਾਡੇ ਸਿਆਣੇ ਵੀ ਇੱਕ ਮਸੀਤ ਤੀ, ਉੱਥੇ ਹਾਲਾਂ ਵੀ ਇਹ ਰੌਣਕ ਹੈਗੀ ਆ। ਤੁਹਾਡੇ ਕਿਉਂਕਿ ਹੈਗੇ ਟੱਬਰ ਦੇ ਬੰਦੇ? ਟੱਬਰ ਹੈਗੇ ਹੋਰ ਬਾਹਰ ਤੇ ਇਹ ਜਿਹੜੇ ਬਈਏ ਮੱਝਾਂ ਵਾਲੇ, ਹਾਂ ਹਾਂ। ਚੰਗੀ ਰੌਣਕ ਹੁੰਦੀ ਆ। ਅੱਗੇ ਤਾਂ ਥੋੜੀ ਤੀ, ਉਹ ਢਾਹ ਢੂ ਕੇ ਹੋਰ ਬਹੁਤ ਬੜੀ ਤਕੜੀ ਬਣਾਤੀ। ਬਾਬਾ ਜੀ ਉੱਦਾਂ ਤੁਹਾਨੂੰ ਕਈ ਸਾਲ ਤਾਂ ਉਹ ਰੌਣਕ ਨਹੀਂ ਲੱਭੀ ਹੋਣੀ 47 ਤੋਂ ਪਹਿਲਾਂ ਵਾਲੀ? ਤੇ ਰੌਣਕ ਤਾਂ ਹੈਗੀ ਬਥੇਰੀ, ਪਰ ਉਹ ਅੱਗੇ ਵਰਗਾ ਪਿਆਰ ਨਹੀਂ ਦੁਨੀਆ 'ਚ ਰਿਹਾ। ਰੌਣਕ ਤਾਂ ਹੈਗੀ ਬਥੇਰੀ, ਨਾ ਉਹ ਰਿਸ਼ਤੇ ਰਹੇ, ਨਾ ਉਹ ਚਿਹਰੇ ਰਹੇ, ਨਾ ਉਹ ਸਾਂਝਾਂ ਰਹੀਆਂ। ਉਹ ਗੱਲਾਂ ਨਹੀਂ ਰਹੀਆਂ। ਜਿਹੜਾ ਉਹ ਤਾਂ ਸਤਜੁਗੀ ਵਰਗਾ ਟਾਈਮ ਸੀਗਾ। ਹੁਣ ਤਾਂ ਜਰਾ ਕੁ ਨਹੀਂ ਪਤਾ ਨਹੀਂ ਕਿ ਜਿਹੜਾ ਮਿੱਤਰ ਵੀ ਹੈ ਉਹਨੂੰ ਕਿਆ ਕਰ ਦੇਣਾ। ਹਾਲਾਂਕਿ ਉਦੋਂ ਕਹਿੰਦੇ ਗਰੀਬੀ ਸੀ ਲੇਕਿਨ ਸਬਰ ਬਹੁਤ ਸੀ, ਯਕੀਨ ਸੀਗਾ ਤੇ ਭਰੋਸਾ ਸੀਗਾ। ਤੇ ਹੁਣ ਤਾਂ ਪਤਾ ਨਹੀਂ ਹੈ, ਜਿਹੜਾ ਕੋਲ ਨੂੰ ਕਿਸੇ ਨਾਲ ਮਿੱਤਰ ਚਾਰਾ ਪਾਉਂਦਾ ਉਹਨੂੰ ਕਿਆ ਕਰ ਦੇਣਾ। ਉਹ ਜਿਹੜੇ ਜ਼ਿਆਦਾ ਮਿੱਤਰ ਚਾਰਾ ਪਾਉਂਦਾ ਉਹ ਤੇ ਬਚ ਕੇ ਰਹੇ, ਉਹਨੂੰ ਖਰਾਬ ਕਰਨਾ ਸਗੋਂ। ਇਹ ਗੱਲ ਠੀਕ ਹੈ। ਤੇ ਬਾਬਾ ਜੀ ਫਿਰ ਤੁਹਾਨੂੰ ਰਿਸ਼ਤਾ ਤੁਹਾਡਾ ਪਹਿਲਾਂ ਹੀ ਹੋ ਗਿਆ ਸੀ? ਹਾਂ। ਤੁਸੀਂ ਕਿਸ ਪਿੰਡ ਵਿਆਹੇ ਸੀ? ਉੱਥੇ ਅਗਲਿਆਣੇ। ਤੇ ਫਿਰ ਉਹ ਤੁਹਾਡੇ ਸਹੁਰੇ ਵੀ ਚਲ ਗਏ ਹੋਣੇ ਨਾ? ਸਭ ਚਲੇ ਗਏ। ਉਹ ਕਿੱਧਰ ਗਏ? ਕਿਹੜੇ ਪਿੰਡ? ਇੱਥੇ ਲੈਲਪੁਰ 'ਚ ਕੁਜਵਾਣੀ ਬੈਠੇ ਆ। ਤੇ ਕਦੀ ਤੁਹਾਡੀ ਪਤਨੀ ਦਾ ਵੀ ਨਹੀਂ ਆਪਣੇ ਭਰਾਵਾਂ ਨਾਲ, ਮਾਂ ਪਿਓ ਨਾਲ ਮੇਲ ਹੋਇਆ ਤੁਹਾਡੇ ਸੱਸ ਸਹੁਰੇ ਨਾਲ? ਤੇ ਤੁਹਾਡੀ ਵਾਈਫ ਦਾ? ਆਇਆ ਸੀਗਾ ਉਹਦਾ ਭਰਾ, ਇੱਕ ਦੋ ਕੁ ਵਾਰੀ ਆ ਕੇ ਮਿਲ ਗਿਆ। ਬਹਿ ਗਿਆ, ਚਲੋ ਇੰਨਾ ਹੀ ਬਹੁਤ ਹੈ। ਮਿਲ ਗਿਆ। ਪਰ ਤੁਹਾਡੀ ਪਤਨੀ ਹੁਣ ਹੈਗੀ ਆ? ਨਾ ਉਹ ਪੂਰੀ ਹੋ ਗਈ। ਪਰ ਬੜੀ ਉਦਾਸ ਰਹੀ ਹੋਣੀ ਨਾ ਜੀ? ਕਾਹਦੇ ਉਦਾਸ ਹੋਣਾ, ਜਦ ਰੱਬ ਦਾ ਭਾਣਾ ਮੰਨ ਲਿਆ ਫਿਰ ਉੱਥੇ ਜਾਂ ਪੇਸ਼ੇ ਨਹੀਂ ਜਾਂਦੀ ਹੁੰਦੀ। ਬੜੀ ਬੁਰੀ ਤਰ੍ਹਾਂ ਟੁੱਟੇ ਰਿਸ਼ਤੇ ਹੈ ਨਾ ਜੀ। ਦੇਖੋ
ਤਾਂ ਇਹ ਹੈ ਫਿਰ ਸਾਨੂੰ ਕੋਈ ਤਕਲੀਫ ਕੋਈ ਨਹੀਂ ਹੋਈ। ਨਹੀਂ ਤਕਲੀਫ ਤਾਂ ਨਹੀਂ ਹੋਈ, ਪਰ ਤੁਹਾਡੇ ਅੱਬਾ ਕਦੀ ਪਛਤਾਏ ਤਾਂ ਨਹੀਂ ਕਿ ਯਾਰ ਸਾਰਾ ਜਿੱਦਾਂ ਡਾਰ ਉੱਥੇ ਚੱਲ ਗਈ, ਅਸੀਂ ਡਾਰ ਤੋਂ ਵਿਛੜ ਗਏ? ਗੱਲ ਇਦਾਂ, ਇਹ ਆਪਣੇ ਮਨ ਨੂੰ ਕਿਆ ਸਮਝਾਉਣਾ, ਜਦ ਪੇਸ਼ ਨਾ ਜਾਵੇ ਫਿਰ ਮਨ ਨੂੰ ਸਮਝਾਉਣਾ ਹੀ ਪੈਂਦਾ, ਛੱਡੋ ਪਰੇ। ਪਰ ਕਦੀ ਤਾਂ ਉਦਾਸ ਹੋਏ ਹੋਣੇ, ਆਪਣੇ ਇੰਨੇ ਰਿਸ਼ਤੇ ਆ ਉਹਨਾਂ ਦੇ ਚੱਲ ਗਏ ਉੱਧਰ? ਐਵੇਂ ਮਾੜੀ ਮੋਟੀ ਪਰੇਸ਼ਾਨੀ ਹੁੰਦੀ ਆ, ਤੇ ਚਲੋ ਮਾੜਾ ਮੋਟਾ ਤਾਂ ਦੁੱਖ ਲੱਗਦਾ ਹੀ ਆ। ਸਾਰੇ ਰਿਸ਼ਤੇ ਚੱਲ ਜਾਣੇ, ਮੁੜ ਕੇ ਮਿਲਣੇ ਹੀ ਨਹੀਂ। ਹਾਂ। ਧੀਆਂ ਵਿਛੜ ਗਈਆਂ ਦੇਖੋ। ਅੱਛਾ, ਇਹ ਵੀ ਸਾਡਾ ਜਿਹੜਾ ਦੁਨੀਆ ਦਾ ਇਹ ਵਰਤਾਅ ਹੈ, ਉਹ ਬਾਪ ਹੈ, ਉਹ ਪੁੱਤ ਹੈ, ਤੇ ਇਹ ਉਹ ਧੀਆਂ, ਉਹ ਰਿਸ਼ਤੇਦਾਰ ਹੈ, ਇਹ ਥੱਲੇ ਦੀ ਸਟੇਜ, ਇਹ ਵੀ ਇੱਕ ਲੇਖਾ ਜੋਖਾ ਹੀ ਐਵੇਂ ਹੀ ਹੈ, ਐਵੇਂ ਹੀ ਹੈ, ਐਵੇਂ ਹੀ ਹੈ। ਛੋਟੀਆਂ ਗੱਲਾਂ ਅਸਲੀ ਰਿਸ਼ਤਾ ਉਹਦੇ ਨਾਲ ਜੀ, ਜਿਹੜਾ ਗੁਰੂ ਹੁੰਦਾ, ਮੁਰਸ਼ਦ, ਪਰਮਾਤਮਾ ਦਾ, ਪਰਮੇਸ਼ਰ ਗੁਰੂ, ਉਹਦੇ ਨਾਲ। ਇਹ ਜਿਹੜੇ ਰੰਗ ਬਰੰਗੇ ਇਹ ਨਹੀਂ, ਉਹਦਾ ਰੰਗ ਕੋਈ ਹੈ। ਉਹ ਵੀ ਉਹਦਾ ਇੱਕ ਚੀਜ਼ ਆ, ਜਦੋਂ ਆਪਾਂ ਰਹਿੰਦੇ ਆ ਸਮਾਜ 'ਚ, ਦੁਨੀਆ 'ਚ ਰਹਿੰਦੇ ਆ, ਫਿਰ ਨਾ ਰਿਸ਼ਤਿਆਂ ਦੀ ਵੀ ਲੋੜ ਜੀ ਪੈਂਦੀ ਤਾਂ ਹੈ। ਇਹ ਫਿਰ ਦੁਨੀਆ ਦੀ ਵਧੋਤਰੀ ਕਿੱਦਾਂ ਹੋ, ਇਹ ਤਾਂ ਖੇਲੇ ਉਹਦੇ ਇਦਾਂ ਦੇ ਆ। ਜਿੱਦਾਂ ਹੁਣ ਭੈਣ ਭਰਾ ਦਾ ਪਿਆਰ ਆ, ਪਤਨੀ ਆ, ਬੱਚੇ ਆ, ਬੰਦਾ ਇਹਨਾਂ 'ਚ ਖੁੱਭ ਕੇ ਇੱਦਾਂ ਜ਼ਿੰਦਗੀ ਕੱਢ ਲੈਂਦਾ। ਤਾਂ ਇਹ ਗੱਲ ਕਹਿੰਦੇ ਹੁੰਦੇ ਤੇ ਅਖੇ 15ਵੀਂ ਸਦੀ ਦੇ ਵਿੱਚ ਲੜਕੀਆਂ ਅਵਾਰਾ ਫਿਰਿਆ ਕਰਨਗੀਆਂ, ਹੈਂ, ਤੇ ਇਹ ਨਿਆਣਿਆਂ ਨੇ ਦੇਖਣਾ ਬੜੇ ਮਾੜੇ ਟਾਈਮ ਆਉਣੇ ਆ, ਅਸੀਂ ਉਹ ਦੇਖ ਲੈ। ਪਹਿਲਾਂ ਇਦਾਂ ਕੁੜੀਆਂ ਮੂੰਹ ਨੰਗਾ ਰੱਖ ਕੇ ਬਾਹਰ ਨਹੀਂ ਆਉਂਦੀਆਂ ਹੁੰਦੀਆਂ ਸੀ? ਇੱਕ ਘੁੰਡ ਕੱਢੇ ਹੁੰਦੇ ਸੀ। ਅੱਛਾ, ਕੁੜੀਆਂ ਨੇ ਵੀ? ਨਾ, ਕੁੜੀਆਂ ਨੇ ਜਿਹੜੀ ਵਿਆਹੀ ਹੁੰਦੀ, ਉਹ ਸਹੁਰਿਆਂ ਦੇ ਘਰ। ਹਾਂ, ਸਹੁਰਿਆਂ ਦੇ ਘਰ, ਪੇਕਿਆਂ ਦੇ ਨਹੀਂ। ਤੁਹਾਡੇ ਪਿੰਡ 'ਚ ਕਦੀ ਕਿਸੇ ਵੀ ਵਿਸ਼ੇ ਤੇ, ਕਿਸੇ ਵੀ ਮੁੱਦੇ ਤੇ ਕਦੀ ਲੜਾਈ ਨਹੀਂ ਸੀ ਹੋਈ ਆਪਸ 'ਚ? ਉੱਦਾਂ ਤਾਂ ਮਾੜੀਆਂ ਮੋਟੀਆਂ ਦੁਨੀਆ ਦੀਆਂ ਚੱਲਦੀਆਂ ਰਹਿੰਦੀਆਂ, ਪਹਿਲਾਂ ਤਾਂ ਚੱਲੀਆਂ ਆਉਂਦੀਆਂ ਰਹੀਆਂ, ਜਦ ਦੀ ਦੁਨੀਆ ਬਣੀ ਆ। ਲੜਾਈਆਂ ਤਾਂ ਇਹ ਚੱਲਦੀਆਂ ਰਹਿੰਦੀਆਂ, ਪਰ ਐ ਕੋਈ ਧਰਮ ਦੇ ਆਧਾਰ ਤੇ ਲੜਾਈ ਕੋਈ ਨਹੀਂ ਸੀ? ਪਹਿਲਾਂ ਕੋਈ ਨਾ ਸੀ। ਆਹ 47 ਵੇਲੇ ਹੋਈ ਆ। ਇਹ ਤਾਂ ਹੋਈ। ਉਹ ਤੁਹਾਡੇ ਨੇੜੇ ਤੇੜੇ ਜਿਹੜੇ ਪਿੰਡ ਕਿਹੜੇ ਲਾਗਦੇ ਆ ਸਿਆਣ ਦੇ ਨਾਲ? ਇਹ ਇੱਕ ਜਗਤਪੁਰ ਹੈ, ਘਮੌਰ ਹੈ, ਆਹ ਇੱਕ ਰੁੜਕੀ ਹੈ, ਗੜੀ ਹੈ, ਤਾਂ ਆਹ ਮਹੂਦਪੁਰ ਪੈਂਦਾ ਵਸੀਵੇਂ ਦੇ ਨਾਲ, ਤਾਂ ਉਹ ਬੜਾ ਚੌਰ ਹੈ, ਤੇ ਇਹ ਆਲੇ ਦੁਆਲੇ ਦੇ ਪਿੰਡ ਇਹ ਸੀ। ਇਹਨਾਂ ਤੋਂ ਕਈ ਪਿੰਡ ਤਾਂ ਮੁਸਲਮਾਨਾਂ ਦੇ ਸੀ, ਨਰੋਲ ਹੈ ਨਾ ਜੀ? ਮਿੱਸੇ ਤੇ ਜੀ, ਮਿੱਸੇ ਚੜਕੋਆ ਵੀ ਮਿੱਸਾ ਹੀ ਸੀ? ਨਹੀਂ, ਉਹ ਵੀ ਮਿੱਸਾ ਤਾਂ ਆ ਧਰਮੀ ਸੀਗੇ ਨਾ? ਆ ਧਰਮੀ ਵੀ ਸੀਗੇ, ਤਖਾਣ ਵੀ ਸੀਗੇ, ਸੁਨਿਆਰ ਵੀ ਸੀਗੇ, ਥੋੜੇ ਸੀਗੇ, ਉਹ ਜ਼ਿਆਦੇ ਤੇ। ਉਹ ਜ਼ਿਆਦਾ ਸੀ। ਉਹ ਬਈ ਤੁਹਾਡੇ ਜਿਹੜੇ ਹਾਣੀ ਸੀਗੇ, ਤੁਹਾਡੇ ਨਾਲ ਖੇਡਦੇ ਮਲਦੇ ਰਹੇ, ਉਹਨਾਂ ਨੇ ਤੁਹਾਡੀ ਗੱਲਬਾਤ ਸੁਣਨੀ ਆਏ, ਉਹਨਾਂ ਦੀ ਔਲਾਦ ਸੁਣੂਗੀ। ਉਹ ਤਾਂ ਫਿਰ ਅਸੀਂ ਥੋੜੀ ਉਮਰ ਦੇ ਸੀਗੇ, ਖੇਲਦੇ ਸੀਗੇ, ਪਰ ਯਾਦ ਕਰਦੇ ਹੋਣੇ ਆ ਕਿ ਸਾਡਾ ਇੱਕ ਟੱਬਰ ਉੱਥੇ ਰਹਿ ਗਿਆ, ਉਹਦਾ ਆ ਨਾਂ ਸੀ। ਉਹ ਤਾਂ ਮਨੋਮਨੀ ਤਾਂ ਕਰਦੇ ਹੀ ਹੋਣਗੇ, ਪਰ ਹੁਣ ਜਦ ਨਹੀਂ ਮਿਲੇ, ਜਿੱਦਾਂ ਹੁਣ ਸਾਹਮਣੇ ਗੱਲਾਂ ਕਰਦੇ, ਇਹ ਤਾਂ ਗੱਲ ਬਣ ਨਹੀਂ ਸਕਦੀ। ਉਹ ਤਾਂ ਤੁਸੀਂ ਕਦੇ ਜਾਇਓ ਤਾਂ ਆਪਣੇ ਪਿੰਡ ਵਾਲਿਆਂ ਨੂੰ ਮਿਲਿਆ ਹੋ, ਆਪਣੇ ਰਿਸ਼ਤੇਦਾਰਾਂ ਨੂੰ ਮਿਲਿਆ ਹੋ? ਬਸ ਸਾਡੀ ਡਿਊਟੀ ਵੀ ਇਦਾਂ ਦੀ ਹੈ, ਸਖਤ ਹੈ। ਅੱਛਾ, ਹਾਂ, ਇਹ ਸਾਡੀ ਡਿਊਟੀ ਇਦਾਂ ਦੀ, ਜਿੱਦਾਂ ਪਾਕਿਸਤਾਨ ਦੇ ਬਾਰਡਰ ਤੇ ਬੈਠਾ ਹੁੰਦਾ, ਇਹ ਸਾਰਾ ਦਿਨ ਇਦਾਂ ਰਹਿਣਾ ਪਊ। ਹੈਂ, ਇਹ ਤੁਸੀਂ ਆਏ ਆ ਹੁਣ ਜਰਾ ਕੁ ਨੂੰ ਖਬਰੇ ਕਿੱਦਾਂ ਦਾ ਆ ਜਾਣਾ, ਉਹਦੇ ਨਾਲ ਵੀ ਗੱਲਬਾਤ ਕਰਨੀ ਪਊ। ਅੱਛਾ, ਹਾਂ, ਜਿੱਦਾਂ ਦਾ ਮਰਜ਼ੀ ਆਵੇ ਗੱਲਬਾਤ ਉਹਦੇ ਨਾਲ ਕਰਨੀ ਪੈਣੀ ਹੈ। ਇਹ ਡਿਊਟੀ ਇਦਾਂ ਦੀ ਹੈ, ਅਸੀਂ ਬਗਲ ਨਹੀਂ ਜਾ ਸਕਦੇ। ਵਾਹ ਜੀ ਵਾਹ। ਫੇਰ ਸਾਨੂੰ ਇੱਥੇ ਦਾ ਲਾਲਚ ਕੋਈ ਨਹੀਂ। 47 ਤੋਂ ਪਹਿਲਾਂ ਜਦੋਂ ਇੱਥੇ ਜਗ੍ਹਾ ਸੀ, ਤੁਸੀਂ ਦੇਖੀ ਸੀ ਉਹ? ਇਹ ਹਾਂਜੀ, ਇਹ ਤਾਂ 80 ਸਾਲ ਤਾਂ ਹੋਏ ਸਾਨੂੰ ਇਹ ਮੇਲਾ ਦੇਖਦਿਆਂ ਨੂੰ। ਇੱਥੇ ਮੇਲਾ ਲੱਗਦਾ ਹੁੰਦਾ ਸੀ? ਹੁਣ ਵੀ ਲੱਗਦਾ ਹੀ ਆ। ਹਾਂ, ਔਰ ਕਾਫੀ ਪਿੰਡ ਆਉਂਦੇ ਹੁੰਦੇ ਸੀ ਇੱਥੇ? ਹਾਂ, ਕਵਾਲ ਹੁੰਦੇ ਤੇ ਕਾਫੀ ਇੱਥੇ ਰੌਣਕ ਹੁੰਦੀ ਤੀ। ਹੈਂ, ਫਿਰ ਇਹ ਕਿਸੇ ਦਾ ਖੇਤ ਤਾ, ਤਾਂ ਉਹ ਇੱਕ ਪਠਾਨ ਸੀ, ਉਹ ਮੇਲਾ ਲਵਾਉਂਦਾ ਹੁੰਦਾ ਸੀ, ਬੰਦੇ ਹੋਰ ਛੱਡੇ ਹੋਣੇ ਸੇਵਾ ਕਰਨੇ ਨੂੰ, ਕੱਲੀ ਇਹ ਮਜ਼ਾਰੇ ਸੀਗੀ। ਤਾਂ ਇਹ ਜਿਹੜੇ ਦਰਖਤ ਆ ਸੁੱਕੇ ਆ, ਇਹਨਾਂ ਦਾ ਪਤਾ ਨਹੀਂ ਹੈ ਕਦ ਦੇ ਆ। ਜਿਹੜੇ ਸਾਡੇ ਹਾਣ ਦੇ ਹੈਗੇ ਉਹ ਦੱਸਦੇ, ਆਹ ਦਰਖਤ ਬਹੁਤ ਪੁਰਾਣੇ ਹੈ। ਇਹ ਸਾਡੇ ਹਾਣ ਦੇ ਜਿਹੜੇ ਉਹਨਾਂ ਦੇ ਜਿਹੜੇ ਬਾਬੇ ਦੱਸਦੇ, ਉਹ ਵੀ ਕਹਿੰਦੇ ਅਸੀਂ ਇਦਾਂ ਦੇ ਦੇਖੇ ਆ। ਇਹ 1000 ਸਾਲ ਦੇ ਹੋਣੇ, 1800 ਸਾਲ ਦੇ ਹੋਣੇ ਇਹ ਦਰਖਤ। ਅੱਛਾ।
ਤਾਂ ਫਿਰ ਉਹਨੂੰ ਕਿਹਾ ਵੀ ਉਹ ਪਠਾਨ ਨੇ ਪੈਸੇ ਮੈਂ ਖਰਚਦਾ ਤਾਂ ਤੂੰ ਇਹ ਰੌਜਾ ਬਣਵਾ। ਅੱਛਾ, ਉਹ ਪਠਾਨ ਕਿਹੜੇ ਪਿੰਡ ਦਾ ਸੀ? ਇੱਥੇ ਗੜੀ ਦਾ ਇਹਦਾ ਉਹ ਕੁਛ ਕਰੋਕਾ ਬੋਲਿਆ ਹੋਊ, ਉਹਨੇ ਗੁੱਸਾ ਖਾਦਾ, ਇੱਥੋਂ ਇੱਕ ਇੱਟ ਲਿਜਾ ਕੇ ਪਿੰਡ ਬਣਾ ਲਈ ਇਹਨਾਂ ਦੀ ਮਜ਼ਾਰ। ਉਹ 2 ਸਾਲ ਅਸੀਂ ਮੇਲਾ ਦੇਖਿਆ ਉੱਥੇ ਪਿੰਡ ਵੀ? ਪਿੰਡ। ਤੇ ਜਿਨ੍ਹਾਂ ਨੇ ਇਹ ਇਸ ਗੱਲ ਦੀ ਕਿਹਾ ਵੀ ਸਾਡਾ ਖੇਤ ਹੈ ਅਸੀਂ ਬਣ ਨਹੀਂ ਦੇਣਾ। ਤੇ ਉਹ ਕੌਣ ਸੀ? ਉਹ ਕੌਣ ਸੀ ਜਿਹਨਾਂ ਦਾ ਖੇਤ ਸੀ? ਇਹ ਆਪਣੀ ਜੱਟ ਬਰਾਦਰੀ ਦੇ ਨਹੀਂ, ਉਹ ਸਿੱਖ ਸੀਗੇ ਨਾ? ਸਿੱਖ ਸੀ ਹਾਂ। ਅੱਛਾ ਅੱਛਾ, ਜੱਟ ਬਰਾਦਰੀ ਦੇ। ਠੀਕ ਹੈ। ਤੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਹੈਂ। ਮਫੇ 30 ਸਾਲ ਚਿਰਾਗ ਉੱਥੇ ਕੀਤੇ ਤੇ ਮੇਲਾ ਇੱਥੇ ਲੱਗਿਆ। ਰਾਤ ਨੂੰ ਆਰਡਰ ਹੋਇਆ ਵੀ ਚੱਲ ਕੇ ਉੱਥੇ ਮੇਲਾ ਕਰਵਾ। ਜੇ ਕੋਈ ਗਾਹਾਂ ਨੂੰ ਹੋ ਕੇ ਤੈਨੂੰ ਕਹੂਗਾ ਤਾਂ ਅਸੀਂ ਆਪੇ ਸਮਝਾਂਗੇ। ਇੱਦਾਂ ਇਹ ਕੋਈ ਬੱਚਾ ਸੁੱਤਾ ਪਿਆ ਹੋਵੇ ਉਹਦੇ ਮੂੰਹ ਤੇ ਇਹ ਕਹਿ ਦਿੰਦੇ ਹੁੰਦੇ ਆ ਵੀ ਆਹ ਕੰਮ ਕਰ। ਫਿਰ ਆਪਣਾ ਇਹ ਕੰਮ ਇੱਦਾਂ ਕਹਿ ਕਰਕੇ ਕਰਵਾ ਲੈਂਦੇ ਹੁੰਦੇ ਆ। ਬਸ ਉਹ ਗਲ 'ਚ ਪਰਨਾ ਪਾ ਕੇ ਆਇਆ ਵੀ ਅਸੀਂ ਮੱਥਾ ਟੇਕਣ ਆਵਾਂਗੇ, ਅਸੀਂ ਨਾ ਕਿਸੇ ਨੂੰ ਕੁਛ ਕਹਾਂਗੇ। ਚਲੋ ਬਾਬਾ ਜੀ, ਬਹੁਤ ਸੋਹਣੀਆਂ ਗੱਲਾਂ। ਕੋਈ ਹੋਰ ਪੁਰਾਣੇ ਵੇਲਿਆਂ ਦੀ ਗੱਲ ਸੁਣਾਓ। ਕੋਈ ਭਲਵਾਨ ਕੁਸ਼ਤੀ ਲੜਦੇ ਹੁੰਦੇ ਸੀ ਇੱਥੇ? ਕੋਈ ਛਿੰਝ ਹੁੰਦੀ ਸੀ? ਭਲਵਾਨ ਕੁਸ਼ਤੀਆਂ ਤਾਂ ਬਥੇਰੇ ਤੇ ਜਿੱਦਾਂ ਦੇ ਹੁਣ ਭਲਵਾਨ ਹੈ ਇੱਦਾਂ ਦੇ ਆਮ ਪਿੰਡਾਂ 'ਚ ਬੰਦੇ ਤੇ ਹੈਂ। ਹੁਣ ਤਾਂ ਐਵੇਂ ਹੀ ਆ ਨਸ਼ੇ ਦੇ ਮਾਰੇ ਹੋਏ। ਹੁਣ ਭਲਵਾਨ ਕੋਈ ਨਹੀਂ। ਗੜਸ਼ੰਕਰ ਦੇ ਸੀਗੇ, ਇੱਕ ਨਾਂ ਦੌਲਾ ਥਾ, ਇੱਕ ਨਾਂ ਹੋਰ ਥਾ ਕੁਛ। ਗੜਸ਼ੰਕਰ ਦੇ ਕਹਿੰਦੇ ਜੈਲਦਾਰ ਵੀ ਬਹੁਤ ਮਸ਼ਹੂਰ ਸੀ। ਜੈਲਦਾਰ ਵੀ ਤਕੜੇ ਸੀਗੇ। ਤੇ ਉਹ ਸਾਡੀ ਜਿਹੜੀ ਵੱਡੀ ਭੈਣ ਸੀ ਉੱਥੇ ਵਿਆਹੀ ਸੀ, ਅਸੀਂ ਤਾਂ ਦੇਖੇ ਤੇ ਗਏ ਉਹਨੇ। ਉਹ ਵੀ ਹੁਣ ਜਿੱਦਾਂ ਤੁਹਾਡੇ ਜਿਹੜੀ ਔਲਾਦ ਆ ਜਿੱਦਾਂ ਹਾਂ ਉਹਨਾਂ ਨੂੰ ਆਪਣੀ ਬਰਾਦਰੀ ਦੇ ਬੰਦੇ ਮਿਲ ਜਾਂਦੇ ਇੱਧਰ? ਜਿੱਦਾਂ ਅਸੀਂ ਬੈਠੇ ਆ ਇੱਦਾਂ ਬਿਲਡੇ ਬਥੇਰੇ ਬੈਠੇ। ਕਿਹਨਾਂ ਪਿੰਡਾਂ 'ਚ ਬੈਠੇ ਆ? ਇੱਥੇ ਘਰ ਰੈਲ ਬੈਠੇ ਆ, ਆਹ ਸਾਧੜੀ ਬੈਠੇ ਆ, ਆ ਜੈਨਪੁਰ ਮਰਾਸੀ ਬੈਠੇ ਆ। ਮੇਰੇ ਤੋਂ ਬਜ਼ੁਰਗ ਕੋਈ ਨਹੀਂ ਨਾ? ਪੁਰਾਣੇ ਤਾਂ ਤੁਰ ਗਏ। ਚਲੋ ਠੀਕ ਆ ਜੀ ਫਿਰ। ਅੱਛਾ ਮਿਹਰਬਾਨੀ ਜੀ, ਸ਼ੁਕਰੀਆ ਜੀ। ਹਾਂ।